ਜਗਾ ਜੀ ਤੁਸੀਂ ਸੱਚੇ ਮੈਨੂੰ ਦੱਸਿਓ ਇੱਕ ਗੱਲ ਵੀ ਜਿਹੜੀ ਮੇਅਰ ਦੀ ਚਾਬੀ ਤੁਸੀਂ ਆਪਣੀ ਜੇਬ 'ਚ ਪਾਈ ਕਿ ਮੈਡਮ ਇੰਡੀਪੈਂਡੈਂਟਲੀ ਕੰਮ ਕਰਦੇ ਆ? ਤੁਹਾਨੂੰ 1 ਸਾਲ ਘੱਟ ਲੱਗਦਾ? ਮੈਨੂੰ ਤਾਂ ਭਾਜੀ 1 ਸਾਲ ਬਹੁਤ ਹੈ। ਕੁਰਸੀ ਦੇ ਨਾਲ ਗਿਰ ਜੀ ਪਰ ਕੁਰਸੀ ਨਹੀਂ ਛੱਡਣੀ ਹੈਗੀ। ਇਹ ਕਹੇ ਮੈਡਮ ਕਹਿੰਦੇ ਪੰਜਾਬੀ ਭਾਸ਼ਾ ਬਾਰੇ ਕੀ ਕਰ ਰਹੇ ਜੋ ਤੁਸੀਂ? ਕੀ ਮਨ 'ਚ ਕੋਈ ਹੈਗਾ ਤੁਹਾਡੇ ਵੀ ਮੈਂ ਬਤੌਰ ਮੇਅਰ ਇਹ ਕਰਕੇ ਜਾਵਾਂ ਵੀ ਪੰਜਾਬੀ ਯਾਦ ਰੱਖਾਂ? ਤੇ ਹੁਣ ਮੇਰਾ ਬਸ ਇਹੀ ਹੈ ਕਿ ਅਗਰ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀ ਤਰਫ ਤੋਂ ਵਧੀਆ ਕਰ ਸਕਾਂ। ਚੰਡੀਗੜ੍ਹ ਨੂੰ ਡਿਊਟੀ ਰੱਖਣ ਦਾ ਮਤਾ ਨਹੀਂ ਪਾਸ ਕਰਨਾ ਚਾਹੀਦਾ। ਸਰਬਜੀਤ ਕੌਰ ਇੱਕ ਪੰਜਾਬਣ ਹੈ ਹਨਾ, ਪੰਜਾਬ ਦੀ ਧੀ ਹੈ, ਚੰਡੀਗੜ੍ਹ ਦੀ ਨੂੰਹ ਹੈ ਤੇ ਇਹਨੂੰ ਇਹਦੇ ਨਾਲ ਕਿਤੇ ਪੰਜਾਬੀਅਤ ਨੂੰ ਸੱਟ ਲੱਗੀ ਹੈ। ਪਹਿਲੀ ਵਾਰ ਹੈ ਕਿ ਪੂਰੇ ਚੰਡੀਗੜ੍ਹ ਨੂੰ ਇੱਕ ਜੋ ਮੇਅਰ ਮਿਲਿਆ ਉਹ ਪੂਰੇ ਚੰਡੀਗੜ੍ਹ ਦਾ ਮਿਲਿਆ ਔਰ ਚੰਡੀਗੜ੍ਹ ਦੇ ਅਸਲੀ ਪਿੰਡ ਜਿਨ੍ਹਾਂ ਦੇ ਵਜੂਦ ਦੇ ਨਾਲ ਹੀ ਚੰਡੀਗੜ੍ਹ ਬਣਿਆ ਉਹਨਾਂ ਪਿੰਡਾਂ ਚੋਂ ਹੀ ਜੱਦੀ ਪਿੰਡਾਂ ਚੋਂ ਮਿਲਿਆ। ਤੁਹਾਨੂੰ ਤੇ ਇੰਨੀ ਵੱਡੀ ਕੁਰਸੀ ਮਿਲੀ ਨਹੀਂ ਤੇ ਮੈਡਮ ਜਿਹੜੇ ਨੇ ਚੁੱਪ ਚਪੀਤੇ ਹੀ ਪਹਿਲੀ ਵਾਰੀ ਕਾਉਂਸਲਰ ਬਣੇ ਤੇ ਕੁਰਸੀ ਤੇ ਬਹਿ ਕੇ ਕਿਸਮਤ ਦੀਆਂ ਖੇਡਾਂ ਤੇ ਸਿੱਧਾ ਤੁਸੀਂ ਚੁੱਲ੍ਹੇ ਤੋਂ ਮੇਅਰ ਦੀ ਕੁਰਸੀ ਤੇ ਬੈਠ ਗਏ। ਚੰਡੀਗੜ੍ਹ ਦਾ ਨਾਂ ਸੁਣ ਕੇ ਆਪਣੇ ਆਪ ਹੀ ਮੂੰਹ 'ਚ ਆ ਜਾਂਦਾ ਖੂਬਸੂਰਤ ਸ਼ਹਿਰ, ਤੇ ਖੂਬਸੂਰਤ ਸ਼ਹਿਰ ਦਾ ਮੇਅਰ ਬਣਨਾ ਬਹੁਤ ਵੱਡੀ ਗੱਲ ਹੈ। ਦਾ ਸਮਰ ਨਿਊਜ਼ ਨੇ ਇੱਕ ਪ੍ਰੋਗਰਾਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ। ਉਹ ਸੋਹਣੀਆਂ ਸੁਨੱਖੀਆਂ ਜੋੜੀਆਂ ਜਿਹੜੀਆਂ ਸਿਆਸਤ ਵਿੱਚ ਵਿਚਰਦੀਆਂ ਨੇ ਤੁਹਾਡੇ ਰੂਬਰੂ ਕੀਤੀਆਂ ਜਾਣ, ਤੇ ਉਸ ਲੜੀ ਦਾ ਪਹਿਲਾ ਪ੍ਰੋਗਰਾਮ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ। ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਮੇਅਰ ਮੈਡਮ ਸਰਬਜੀਤ ਕੌਰ ਤੇ ਉਹਨਾਂ ਦੇ ਪਤੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਲੀਡਰ ਜਗਤਾਰ ਸਿੰਘ ਜੱਗਾ, ਇਹਨਾਂ ਨੂੰ ਤੁਹਾਡੇ ਸਨਮੁਖ ਕਰਾਂਗੇ। ਸਭ ਤੋਂ ਪਹਿਲਾਂ ਤੇ ਜੀ ਆਇਆਂ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਤੁਸੀਂ ਸਮਰ ਨਿਊਜ਼ ਦੇ ਵਿਹੜੇ ਆਏ, ਮੁਬਾਰਕਾਂ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਵੀ ਚੰਡੀਗੜ੍ਹ ਦਾ ਮੇਅਰ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਔਰ ਉਸ ਤੋਂ ਵੱਧ ਖੁਸ਼ੀ ਦੀ ਗੱਲ ਸਾਨੂੰ ਇਹ ਹੈ ਵੀ ਇੱਕ ਪੰਜਾਬਣ ਸਾਡੀ ਭੈਣ ਜਿਹੜੀ ਹੈ ਉਹ ਚੰਡੀਗੜ੍ਹ ਦੀ ਮੇਅਰ ਬਣੀ। ਇਸ ਲਈ ਮੁਬਾਰਕਾਂ ਤੁਹਾਨੂੰ ਵੀ ਵੀਰ ਜੀ ਬਹੁਤ ਬਹੁਤ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਮਰ ਨਿਊਜ਼ 'ਚ ਸਾਨੂੰ ਇੱਥੇ ਬੁਲਾ ਕੇ ਇੰਨਾ ਮਾਣ ਬਖਸ਼ਿਆ। ਇਹ ਸਾਡੇ ਮਾਣ ਵਾਲੀ ਗੱਲ ਹੈ ਜੇ ਤੁਸੀਂ ਆਏ। ਹੁਣ ਇਹ ਦੱਸੋ, ਪਤਾ ਇਹ ਲੱਗਾ ਵੀ ਤੁਸੀਂ ਤੇ ਸਿਆਸਤ 'ਚ ਕਦੀ ਸ਼ੌਂਕ ਹੀ ਕੋਈ ਇੰਟਰਸਟ ਨਹੀਂ ਤੁਹਾਡਾ। ਜੱਗਾ ਜੀ ਘੁੰਮਦੇ ਸੀ ਸਿਆਸਤ 'ਚ ਤੇ ਤੁਸੀਂ ਤੇ ਰੋਟੀ ਪਾਣੀ ਤੱਕ ਸੀਮਤ ਸੀ ਤੇ ਸਿੱਧਾ ਤੁਸੀਂ ਚੁੱਲ੍ਹੇ ਤੋਂ ਮੇਅਰ ਦੀ ਕੁਰਸੀ ਤੇ ਬੈਠ ਗਏ। ਹਾਂਜੀ ਵੀਰ ਜੀ, ਇਹ ਬਿਲਕੁਲ ਸੱਚ ਹੈ। ਪੋਲੀਟਿਕਸ ਨਾਲ ਮੇਰਾ ਮਤਲਬ ਇਹ ਸੀਗੇ, ਪੋਲੀਟਿਕਸ 'ਚ ਮੇਰਾ ਇੰਨਾ ਇੰਟਰਸਟ ਨਹੀਂ ਸੀਗਾ, ਪਰ ਜੋ ਕਹਿੰਦੇ ਨਹੀਂ ਪਰਮਾਤਮਾ ਨੂੰ ਮਨਜ਼ੂਰ, ਜੋ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ। ਪਰ ਹੁਣ ਦੀ ਬਾਰ ਲੇਡੀ ਸੀਟ ਰਿਜ਼ਰਵ ਹੋਣ ਕਰਕੇ ਮੈਂ ਹੁਣ ਵੀ ਹੋ ਗਈ ਸੀਗੀ ਲੇਡੀ ਸੀਟ ਰਿਜ਼ਰਵ, ਤੇ ਕਹਿੰਦੇ ਨਹੀਂ ਕਿ ਪਾਰਟੀ ਕਹਿੰਦੀ ਹੈ ਕਿ ਹੁਣ ਦੀ ਵਾਰ ਤੁਹਾਡੀ ਵਾਈਫ ਨੂੰ ਖੜਾ ਕਰਨਾ, ਤੇ ਮੈਂ ਉਦੋਂ ਵੀ ਕਿਹਾ ਕਿ ਨਹੀਂ, ਮੈਂ ਨਹੀਂ ਮਤਲਬ ਪੋਲੀਟਿਕਸ 'ਚ ਜਾਣਾ ਚਾਹੁੰਦੀ। ਕਮਾਲ ਹੈ, ਮੇਅਰ ਦੀ ਕੁਰਸੀ ਲਈ ਤੇ ਲੋਕ ਮਰਨ ਤੱਕ ਜਾਂਦੇ ਆ। ਹਾਂਜੀ ਵੀਰ ਜੀ। ਫਿਰ ਇਹ ਕਹਿੰਦੇ ਨਹੀਂ ਕਿ ਪਾਰਟੀ ਕਹਿੰਦੀ ਹੈ ਨਹੀਂ, ਮਤਲਬ ਤੁਹਾਨੂੰ ਹੀ ਮੌਕਾ ਦੇਣਾ, ਤੁਹਾਨੂੰ ਖੜਾ ਹੋਣਾ ਪਏਗਾ। ਚਲੋ ਮੈਂ ਕਿਹਾ ਚਲੋ ਨਾਲ ਨਹੀਂ ਵੀ ਚਲ ਨੌਲੇਜ ਹੈਗੀ ਮੇਰੇ ਨਾਲ ਨੇ ਜੀ, ਤਾਂ ਮੈਂ ਕਿਹਾ ਠੀਕ ਹੈ, ਅਸੀਂ ਐਜ਼ ਏ ਕਾਉਂਸਲਰ ਮੈਂ ਹਾਂ ਕਰਤੀ, ਚਲੋ ਠੀਕ ਹੈ ਅਸੀਂ ਲੜਾਂਗੇ। ਕਾਉਂਸਲਰ ਉਹ ਵੀ ਜਿੱਤ ਗਏ, ਬਣ ਗਏ। ਤੋਂ ਬਾਅਦ ਮੇਅਰ ਲਈ ਵੀ ਲੇਡੀ ਸੀਟ ਰਿਜ਼ਰਵ ਆ ਗਈ, ਤੇ ਉਹਦੇ ਲਈ ਵੀ ਮੈਂ ਇਹ ਸੀਗਾ ਕਿ ਮੈਂ ਨਹੀਂ ਬਣਨਾ ਚਾਹੁੰਦੀ ਮੇਅਰ। ਠੀਕ ਹੈ ਕਾਉਂਸਲਰ ਤੱਕ ਤੁਸੀਂ ਠੀਕ ਹੋ, ਪਰ ਐਜ਼ ਏ ਮੇਅਰ ਨਹੀਂ। ਪਰ ਕਹਿੰਦੇ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ, ਤੁਸੀਂ ਸੋਚਦੇ ਕਿ ਉਹਦੀ ਰਜ਼ਾ 'ਚ ਜੋ ਹੁੰਦਾ ਹੈ। ਪਰ ਬੀਜੇਪੀ ਦੀ ਚ ਹੋਰ ਵੀ ਮਹਿਲਾਵਾਂ ਸਨ, ਇੱਕ ਮਹਿਲਾ ਤੇ ਹਰਪ੍ਰੀਤ ਕੌਰ ਬੱਬਲਾ ਜਿਹੜੇ ਨਵੇਂ ਉਦੋਂ ਬੀਜੇਪੀ 'ਚ ਆਏ ਸੀ, ਉਹ ਦੂਸਰੀ ਵਾਰ ਸ਼ਾਇਦ ਕਾਉਂਸਲਰ ਬਣੇ ਸੀ। ਤੁਹਾਡੀ ਚੋਣ ਹੀ ਕਿਉਂ? ਇਹ ਤੁਸੀਂ ਕਹਿ ਸਕਦੇ ਹੋ ਹੀ ਪਰਮਾਤਮਾ ਦੀ ਮਰਜ਼ੀ। ਮੈਂ ਤਾਂ ਇਹ ਸੋਚਾਂਗੀ ਕਿ ਵਾਹਿਗੁਰੂ ਜੋ ਉਹਨਾਂ ਨੇ ਕੀਤਾ ਠੀਕ ਕੀਤਾ। ਜਗਤਾਰ ਜੱਗਾ ਜੀ, ਤੁਸੀਂ ਕਈ ਸਾਲਾਂ 'ਚੋਂ ਦੇਖ ਰਹੇ, ਤੁਸੀਂ ਸਿਆਸੀ ਪਿੜ 'ਚ ਸਰਗਰਮ ਜੇ, ਇਲੈਕਸ਼ਨਾਂ ਵੀ ਲੜੀਆਂ, ਕਈ ਪਾਰਟੀਆਂ ਦੇ ਉੱਚ ਅਹੁਦਿਆਂ 'ਤੇ ਰਹੇ। ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਚਿਹਰੇ ਜੇ ਤੁਸੀਂ। ਤੁਹਾਨੂੰ ਤੇ ਇੰਨੀ ਵੱਡੀ ਕੁਰਸੀ ਮਿਲੀ ਨਹੀਂ ਤੇ ਮੈਡਮ ਜਿਹੜੇ ਨੇ ਚੁੱਪ ਚਪੀਤੇ ਹੀ ਪਹਿਲੀ ਵਾਰੀ ਕਾਉਂਸਲਰ ਬਣੇ ਤੇ ਕੁਰਸੀ ਤੇ ਬਹਿ ਕੇ ਕਿਸਮਤ ਦੀਆਂ ਖੇਡਾਂ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਜੇ ਅਸੀਂ ਕਹੀਏ ਰਾਜਨੀਤੀ ਦੇ ਵਿੱਚ ਕਿਸਮਤ ਵੀ ਬੜਾ ਕੰਮ ਕਰਦੀ ਹੈ, ਕਿਉਂਕਿ ਕਈ ਵਾਰ ਅਸੀਂ ਦੇਖਿਆ ਕਿ ਪੂਰੀ ਜ਼ਿੰਦਗੀ ਲੋਕ
ਮਿਹਨਤ ਬਹੁਤ ਕਰਦੇ ਤੇ ਪੰਚ ਤੇ ਸਰਪੰਚ ਹੀ ਨਹੀਂ ਬਣ ਪਾਉਂਦੇ। ਲੇਕਿਨ ਜੇ ਕਿਤੇ ਮੈਂ ਕਹਿੰਦਾ ਕਿ ਸੱਚੇ ਮਨ ਨਾਲ ਅਸੀਂ ਲੋਕਾਂ ਦੇ ਸੇਵਾ ਭਾਵ ਨਾਲ ਉਤਰੀਏ ਕੰਮ 'ਚ, ਜਿੱਦਾਂ ਕਿ ਮੈਂ ਪਿਛਲੇ 20-21 ਸਾਲਾਂ ਤੋਂ ਲਗਾਤਾਰ ਕੋਈ ਪਾਰਟੀ ਨਹੀਂ ਬਦਲੀ, ਉਹਦਾ ਮਿਲਿਆ ਨਹੀਂ ਮਿਲਿਆ, ਤੁਸੀਂ ਸ਼ੁਰੂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਿਹਾ ਤੇ ਉਹਦੇ ਨਾਲ ਤੇ ਆਪਣੀ ਪੂਰੀ ਜਵਾਨੀ, ਉਹ ਵਫਾਦਾਰੀ ਵੀ ਕੰਮ ਆਈ। ਪੂਰੀ ਜਵਾਨੀ ਅਸੀਂ ਜਿਨ੍ਹਾਂ 'ਚ ਲੋਕ ਆਪਣਾ ਇੰਜੋਏ ਕਰਦੇ ਨੇ ਯੂਥ, ਅਸੀਂ ਉਹਨਾਂ ਟਾਈਮਾਂ 'ਚੋਂ ਧਰਨੇ ਲਗਾਣੇ ਤੇ ਕਈ ਵਾਰ ਜੇਲ੍ਹਾਂ 'ਚ ਵੀ ਗਏ। ਤੇ ਉਸ ਤੋਂ ਬਾਅਦ ਖਾਸ ਕਰਕੇ ਕਿਸਾਨੀ ਅੰਦੋਲਨ 'ਚ ਜਦੋਂ ਈਵਨ ਚੰਡੀਗੜ੍ਹ 'ਚ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਬਾਹਰ ਨਿਕਲਣ ਨਹੀਂ ਦਿੰਦੇ, ਤੁਸੀਂ ਇੱਕ ਪਿੰਡ ਦੇ ਬਸ਼ਿੰਦੇ ਜੇ, ਤੁਹਾਡੇ ਲਈ ਤਾਂ ਬਹੁਤ ਮੁਸ਼ਕਲ ਦਾ ਸਾਹਮਣਾ। ਬਿਲਕੁਲ ਭਾਜੀ, ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਵੀ ਸਾਡੇ ਲੋਕ ਕਹਿੰਦੇ ਸੀਗੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਛੱਡ ਦਿਓ, ਕਿ ਉਸ ਟਾਈਮ ਦਾ ਮਾਹੌਲ ਇਦਾਂ ਦਾ ਸੀਗਾ। ਤੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੀਗੇ ਅਗਰ ਮੇਰੇ ਛੱਡਣ ਨਾਲ ਕੁਝ ਪੈਦਾ ਹੁੰਦਾ ਹੋਏ ਨਾ, ਮੈਂ ਆਪਣੇ ਹੋਰ 4 ਸਾਥੀਆਂ ਨੂੰ ਕਹਿ ਕੇ ਛੁਡਵਾ ਦਿੰਦਾ। ਲੇਕਿਨ ਜੋ ਫੈਸਲੇ ਬੜੇ ਹਾਈ ਕਮਾਂਡ ਦੇ ਹੁੰਦੇ ਨੇ, ਉਹਨਾਂ ਦੇ ਲੈਵਲ ਤੇ ਨੇ, ਤੇ ਸਾਨੂੰ ਜੋ ਕੁਝ ਦਿਖਾਇਆ ਜਾਂਦਾ ਹੈ ਅੰਦੋਲਨ ਦਾ, ਉਹਦੇ ਪਿੱਛੇ ਕੀ ਕਿਸ ਦਾ ਮਕਸਦ ਹੈ ਸਾਨੂੰ ਨਹੀਂ। ਅਸੀਂ ਸਿਆਸਤ 'ਚ ਗਏ, ਅਸੀਂ ਆਪਣੇ ਲੋਕਲ ਲੀਡਰਸ਼ਿਪ ਦੀ ਸਿਆਸਤ ਕਰਦੇ ਨੇ, ਲੋਕਲ ਚੰਡੀਗੜ੍ਹ ਦੀ ਕਰਦੇ ਨੇ, ਸਾਨੂੰ ਉਸ ਲੈਵਲ ਦੀ ਨਹੀਂ ਪਤਾ ਸੀਗਾ। ਤੇ ਲੇਕਿਨ ਅਸੀਂ ਉਦੋਂ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਡਟ ਕੇ ਖੜੇ ਰਹੇ ਤੇ ਅੱਜ ਵੀ ਡਟ ਕੇ ਖੜੇ ਤੇ ਅੱਗੇ ਲਈ ਵੀ ਡਟ ਕੇ ਖੜਾਂਗੇ। ਜਿਵੇਂ ਚਰਨਜੀਤ ਚੰਨੀ ਹੋਣੀ ਕਿਤੇ ਨਾ ਹੀ ਨਹੀਂ ਸੀ, ਕਹਿੰਦੇ ਵੀ ਸੁਨੀਲ ਜਾਖੜ ਮੁੱਖ ਮੰਤਰੀ ਬਣਨਗੇ, ਫਿਰ ਸੁਖਜਿੰਦਰ ਰੰਧਾਵਾ, ਫਿਰ ਆ ਗਏ ਤੀਸਰੇ ਥਾਂ ਤੇ ਨਵਜੋਤ ਸਿੱਧੂ, ਤੇ ਲਾਟਰੀ ਚੰਨੀ ਉਹਨਾਂ ਦੀ ਨਿਕਲ ਗਈ। ਲੱਗਦਾ ਨਹੀਂ ਵੀ ਇਦਾਂ ਹੀ ਮੈਡਮ ਸਰਬਜੀਤ ਕੌਰ ਜਿਹੜੇ ਨੇ ਉਹ ਉਸ ਕ੍ਰਾਈਸਿਸ 'ਚ ਜਦੋਂ ਬੀਜੇਪੀ ਨੂੰ ਮੈਜੋਰਟੀ ਨਹੀਂ ਮਿਲੀ ਤੇ ਕਿਸਮਤ ਖੁੱਲ ਗਈ। ਬਰਾਬਰ ਦੀ ਸੀਟਾਂ ਆਈਆਂ, ਕਿਉਂਕਿ ਇਹ ਇੱਕ ਆਪਣੇ ਆਪ 'ਚ ਬੀਜੇਪੀ ਨੂੰ ਵੀ ਤੇ ਸਾਨੂੰ ਵੀ ਇਹ ਲੱਗਦਾ ਸੀਗਾ ਕਿ ਪਾਰਟੀ ਨੇ ਬੀਜੇਪੀ ਨੇ ਇੰਨਾ ਕੰਮ ਕੀਤਾ ਚੰਡੀਗੜ੍ਹ 'ਚ 5 ਟਰਮਾਂ 'ਚ ਬਹੁਤ ਕੰਮ ਕੀਤੇ ਤੇ ਕਿ ਅਸੀਂ ਆਰਾਮ ਨਾਲ ਬਹੁਮਤ ਤੇ ਆ ਜਾਾਂਗੇ। ਤੇ ਆਮ ਆਦਮੀ ਪਾਰਟੀ ਨੂੰ ਕਿਸਾਨ ਅੰਦੋਲਨ ਦਾ ਇੱਕ ਬੜਾ ਫਾਇਦਾ ਮਿਲਿਆ। ਇੱਕ ਵਰਗ ਸੀ, ਚਾਹੇ ਉਹ ਸਾਡਾ ਜੱਟ ਸਿੱਖ ਸੀ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਸੀ, ਉਹਨਾਂ ਨੇ ਇੱਕ ਸਾਈਡ ਹੋ ਕੇ ਬਿਨਾਂ ਦੇਖੇ ਵੋਟਿੰਗ ਕੀਤੀ ਹੈ, ਚਾਹੇ ਉਹ ਗੁੱਸੇ 'ਚ ਕੀਤੀ ਹੈ, ਕਿਸੇ ਵਜ੍ਹਾ ਨਾਲ ਕੀਤੀ। ਤੇ ਉਹਦੇ ਨਾਲ ਅੱਜ ਦੇ ਟਾਈਮ ਤੇ ਬਰਾਬਰ ਤੇ ਆਮ ਆਦਮੀ ਪਾਰਟੀ ਖੜੀ। ਤੇ ਉਹਦੇ ਨਾਲ ਜੇ ਅਸੀਂ ਕਹੀਏ ਕਿ ਉਹਦੇ 'ਚ ਸਾਨੂੰ ਸੀਟ ਮਿਲੀ ਹੈ, ਉਹਦੇ ਵਿੱਚ ਜਿੱਦਾਂ ਮੇਅਰ ਮੈਡਮ ਸਰਬਜੀਤ ਨੇ ਕਿਹਾ ਕਿ ਕਿਸਮਤ ਦਾ, ਵਾਹਿਗੁਰੂ ਦਾ ਬਹੁਤ ਵੱਡਾ ਰੋਲ ਹੈ। ਮੈਨੂੰ ਯਾਦ ਆ ਰਿਹਾ ਮੈਡਮ, ਮੈਂ ਉਦੋਂ ਪ੍ਰੈਸ ਗੈਲਰੀ 'ਚ ਸੀ ਜਦੋਂ ਮੇਅਰ ਦੀ ਇਲੈਕਸ਼ਨ ਹੋਣੀ ਸੀ। ਪਹਿਲਾਂ ਤਾਂ ਬੜਾ ਇੰਟਰਸਟਿੰਗ ਸੀ, ਤੁਹਾਡੇ ਨਾਲ 13 ਕਾਉਂਸਲਰ, ਆਪ ਨਾਲ 14 ਕਾਉਂਸਲਰ, ਕਾਂਗਰਸ ਵਾਲੇ ਆਏ ਨਹੀਂ, 6 ਕਿ 7 ਸੀ, ਉਹ ਆਏ ਹੀ ਨਹੀਂ। ਲੱਗਦਾ ਇਹ ਵੀ ਕਿੱਥੇ ਬੀਜੇਪੀ ਦਾ ਦਾ ਲੱਗਣਾ। ਪਰ ਜਦੋਂ ਤੁਸੀਂ ਜਿੱਤ ਗਏ ਤੇ ਫਿਰ ਤੁਸੀਂ ਮੇਅਰ ਦੀ ਕੁਰਸੀ ਤੇ ਬੈਠੇ ਤੇ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਵੇਂ ਆ ਕੇ ਧੱਕਾ ਮੁੱਕੀ ਕੀਤੀ? ਕਿਉਂਕਿ ਤੁਸੀਂ ਨਵੇਂ ਸੀ, ਤੁਸੀਂ ਮੇਅਰ ਬੰਨਾ ਵੀ ਨਹੀਂ ਚਾਹੁੰਦੇ। ਜਦੋਂ ਉਦੋਂ ਨਾਅਰੇ ਲੱਗ ਰਹੇ, ਤੁਹਾਡੇ ਕੰਨਾਂ 'ਚ ਵੱਜ ਰਹੇ ਸੀ, ਖਿੱਚ ਤੂੰ ਹੋ ਰਹੀ, ਉਦੋਂ ਕਿੱਦਾਂ ਮਹਿਸੂਸ ਕਰ ਰਹੇ? ਭਾਜੀ ਡਰ ਤਾਂ ਲੱਗਦਾ, ਕਿਉਂਕਿ ਫਸਟ ਟਾਈਮ ਤੁਸੀਂ ਇਵੇਂ ਦੀ ਚੀਜ਼ ਦੇਖ ਰਹੇ ਹੋ, ਕਦੇ ਤੁਸੀਂ ਦੇਖੀ ਨਹੀਂ, ਜਿਹਦੀ ਚਾਹਤ ਵੀ ਨਾ ਹੋਵੇ। ਹਾਂ, ਜਿਹਦੀ ਚਾਹਤ ਵੀ ਨਾ ਹੋਵੇ। ਜਿਵੇਂ ਟੀਵੀ ਤੇ ਵੀ ਲਾਈਵ ਹੋ ਰਿਹਾ ਸੀਗਾ ਨਾ, ਮੇਰੀ ਮਦਰ ਇਨ ਲੋ ਤੇ ਉਹਨਾਂ ਦੀ ਭਤੀਜੀ ਆਈ ਸੀ, ਉਹ ਵੀ ਦੇਖਦੇ ਸੀਗੇ, ਉਹ ਡਰੇ ਬੈਠੇ ਹੋਣੇ ਆ। ਕਹਿੰਦੇ ਸੀ ਸਰਬਜੀਤ ਨੂੰ ਕਿੱਥੇ ਬਿਠਾਤਾ ਜੱਗੇ ਨੇ। ਉਹ ਵਿਚਾਰੀ ਕਿਵੇਂ ਬੈਠੀ ਹੈ ਉਸ ਟਾਈਮ। ਮਤਲਬ ਮੈਨੂੰ ਬਿਲਕੁਲ ਨਹੀਂ ਸੀ ਪਤਾ ਹਾਊਸ ਇਵੇਂ ਚੱਲਦਾ ਹੈ, ਇਵੇਂ ਹੁੰਦਾ। ਤੁਸੀਂ ਫਸਟ ਟਾਈਮ ਸੀਗੇ, ਜਿਵੇਂ ਨਹੀਂ ਜਿਸ ਚੀਜ਼ ਦਾ ਪਤਾ ਹੁੰਦਾ। ਪਰ ਚਲੋ ਕਹਿੰਦੇ ਨਹੀਂ, ਅਗਰ ਇਸ ਪੋਸਟ ਤੇ ਆਏ ਸੀਗੇ, ਪਰਮਾਤਮਾ ਨੇ ਹਿੰਮਤ ਦਿੱਤੀ, ਡਟੇ ਹੋ ਕੇ ਬੈਠੇ ਰਹੇ। ਅਸੀਂ ਦੇਖ ਰਹੇ ਵੀ ਮੈਡਮ ਦੇਖਦੇ ਮੈਂ ਕਿੱਥੇ ਫਸ ਗਈ। ਲੱਗਦਾ ਹੈ ਵੀ ਜਿਵੇਂ ਤੁਸੀਂ ਫੀਲ ਕਰ ਰਹੇ ਮੈਂ ਤੇ ਐਵੇਂ ਫਸ ਗਈ। ਹਾਂਜੀ ਬਿਲਕੁਲ, ਉਸ ਟਾਈਮ ਤਾਂ ਮੈਨੂੰ ਲੱਗਿਆ, ਮੈਂ ਕਿਹਾ ਕਹਿੰਦੇ ਸੀਗੇ ਇੰਨਾ ਕੁਝ ਨਹੀਂ ਹੁੰਦਾ ਹੈਗਾ, ਪਰ ਇਹ ਤਾਂ ਫਸਟ ਟਾਈਮ 'ਚ ਇੰਨਾ ਬੁਰਾ ਹਾਲ ਹੈ, ਅੱਗੇ ਕਿਵੇਂ ਹੋਊਗਾ? ਓਕੇ, ਤੇ ਤੁਸੀਂ ਕਿੱਥੇ ਜੱਗਾ ਜੀ ਉਸ ਟਾਈਮ? ਮੈਂ ਉੱਪਰੀ ਤੇ ਉੱਪਰੋਂ ਤੁਸੀਂ ਹੌਸਲਾ ਦਿੰਦੇ ਨੇ ਵੀ ਕੋਈ ਨਹੀਂ। ਇਹ ਸਾਡੀ ਐਮਪੀ ਕਿਰਨ ਖੇਰ ਨੇ ਦੇਖੋ ਜੀ ਉਸ ਟਾਈਮ ਬਹੁਤ ਬੜੀ ਮਾਣਯੋਗ ਸਾਡੀ ਉਹ ਸੰਸਦ ਮੈਂਬਰ ਹੈ, ਤੇ ਉਹਨਾਂ ਨੇ ਆਪ ਜਾ ਕੇ ਇਹਨੂੰ ਕੁਰਸੀ ਤੇ ਬਿਠਾਇਆ ਤੇ ਕਿਹਾ ਤੀ ਇਹ ਤਾਂ ਉੱਠਣਾ ਨਹੀਂ, ਤੂੰ ਪੰਜਾਬ ਦੀ ਧੀ ਹੈ। ਉਹਨਾਂ ਨੇ ਮੈਨੂੰ ਇੱਕ ਵਰਡਿੰਗ ਕੀਤੀ, ਹੁਣ ਜੱਟੀ ਦੀ ਤਰ੍ਹਾਂ ਨਾ ਅੜ ਕੇ ਬੈਠੀ ਹੈ, ਕੀ ਬਾਤ ਹੈ, ਕੁਰਸੀ ਦੇ ਨਾਲ ਗਿਰ ਜੀ, ਪਰ ਕੁਰਸੀ ਨਹੀਂ ਛੱਡਣੀ ਹੈਗੀ। ਇਹ ਕਹੇ ਮੈਡਮ ਕਿਰਨ ਖੇਰ ਨੇ, ਉਹਨਾਂ ਨੇ ਫਸਟ ਟਾਈਮ ਲਿਜਾ ਕੇ ਮੈਨੂੰ ਉੱਥੇ ਬਿਠਾਇਆ, ਕਹਿੰਦੇ ਹੁਣ ਉਹਦੀ ਤਰ੍ਹਾਂ ਨਾ ਅੜ ਕੇ ਬੈਠੇ ਰਹਿਣਾ, ਇੱਥੋਂ ਉੱਠਣਾ ਨਹੀਂ ਹੈਗਾ। ਉਹਨਾਂ ਨੇ ਮਤਲਬ ਬਹੁਤ ਸਪੋਰਟ। ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੇ ਕੋਸ਼ਿਸ਼ ਕੀਤੀ ਵੀ ਨਾਲ ਦੀ ਚੇਅਰ ਤੇ ਬਿਠਾ ਲਈਏ ਕਿਸੇ ਨੂੰ, ਪਰ ਸਾਡੇ ਜਿਹੜੇ ਨਾਲ ਪਾਰਸ਼ਦ ਵੀ ਸੀਗੇ, ਕਨਵਰ ਜੀ ਸੀਗੇ, ਜਸਮੰਤ ਸੀਗੇ, ਉਹ ਸਾਰੇ ਮਤਲਬ ਇਹਨਾਂ ਰਿਗਾਰਡ ਕਰਦੇ ਸੀਗੇ। ਉਹ ਵੀ ਕਹਿੰਦੇ ਭਾਬੀ ਜੀ ਤੁਸੀਂ ਡਰਨਾ ਨਹੀਂ ਹੈਗਾ, ਅਸੀਂ ਤੁਹਾਡੇ ਤੁਹਾਨੂੰ ਉਦੋਂ ਭਾਬੀ ਜੀ ਕਹਿੰਦੇ ਸੀ? ਹਾਂਜੀ, ਉਹਨਾਂ ਨੇ ਕਹਿਣਾ ਅਸੀਂ ਖੜੇ ਆ, ਤੁਸੀਂ ਡਰਨਾ ਨਹੀਂ ਹੈਗਾ, ਤੁਸੀਂ ਆਰਾਮ ਨਾਲ ਬਸ ਬੈਠੇ ਰਹੋ, ਤੁਸੀਂ ਇੰਜੋਏ ਕਰੋ। ਮੈਨੂੰ ਕਹਿੰਦੇ ਉਹ ਮੇਰੇ ਆਲੇ ਦੁਆਲੇ ਤੁਸੀਂ ਦੇਖਿਆ ਹੋਣਾ ਕੁਰਸੀ ਦੇ, ਉਹ ਖੜੇ ਸੀਗੇ, ਖੜੇ ਸੀ ਬਿਲਕੁਲ ਜਿੱਦਾਂ ਦਾ ਉਹ ਕਮਾਂਡੋ ਨਹੀਂ ਖੜੇ ਹੁੰਦੇ, ਇਦਾਂ ਖੜੇ ਸੀ। ਤੇ ਤੁਸੀਂ ਹੁਣ ਇਹ ਦੱਸੋ, ਚਲੋ ਉਦੋਂ ਤੇ ਕੁਰਸੀ ਦਾ ਲੜਾਈ ਬਹੁਤ ਚੱਲੀ, ਹੁਣ 4 ਮਹੀਨੇ ਹੋ ਗਏ ਤੁਹਾਨੂੰ? ਹਾਂਜੀ 4। ਹੁਣ ਇੰਜੋਏ ਕਰਦੇ ਕੁਰਸੀ ਤੇ ਬੈਠ ਕੇ?
ਦੇਖੋ ਇੰਜੋਏ ਤਾਂ ਸਭ ਤੋਂ ਵੱਡੀ ਗੱਲ ਹੈ। ਦੇਖੋ ਵੀਰ ਜੀ, ਜਦ ਮੈਂ ਕਹਿੰਨੀ ਕਿ ਮੈਂ ਬਣਨਾ ਨਹੀਂ ਸੀ ਚਾਹੁੰਦੀ, ਅਗਰ ਪਰਮਾਤਮਾ ਨੇ ਤੁਹਾਨੂੰ ਮਤਲਬ ਬਣਾਇਆ ਕੁਝ ਮਤਲਬ ਕਿਹਾ ਕਿ ਤੁਸੀਂ ਇਸ ਤੇ ਕੰਮ ਕਰੋ, ਹਨਾ, ਤੇ ਹੁਣ ਮੇਰਾ ਬਸ ਇਹੀ ਹੈ ਕਿ ਅਗਰ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀ ਤਰਫ ਤੋਂ ਵਧੀਆ ਕਰ ਸਕਾਂ, ਤੇ ਮੈਂ ਪਹਿਲਾਂ ਇਹ ਨਹੀਂ ਹੈ ਕਿ ਮੈਂ ਮੇਅਰ ਬਣਨ ਤੋਂ ਬਾਅਦ ਕਹਿੰਨੀ ਹੈ ਕਿ ਤੁਸੀਂ ਬੀਜੇਪੀ ਔਰ ਕਾਂਗਰਸ ਔਰ ਆਪ ਪਾਰਟੀ ਤੋਂ ਉੱਠ ਕੇ ਅਸੀਂ ਐਜ਼ ਇਫ ਸਾਰੇ ਫੈਮਿਲੀ ਮੈਂਬਰ ਨੇ ਅਸੀਂ 35 ਤੁਸੀਂ ਤੇ ਮੇਰੇ ਕਾਉਂਸਲਰ ਜਦ ਬਣਨਾ ਸੀਗਾ, ਜਦ ਵੀ ਮੈਂ ਮਤਲਬ ਰਿਪੋਰਟਰ ਆਉਂਦੇ ਸੀਗੇ ਮਤਲਬ ਬਾਈਟ ਕਰਦੇ ਸੀਗੇ ਤੇ ਉਹ ਕਹਿੰਦੇ ਸੀਗੇ ਕਾਂਗਰਸ ਬਾਰੇ ਪੁੱਛਦੇ ਸੀ ਆਪ, ਮੈਂ ਕਿ ਮੈਨੂੰ ਉਹਨਾਂ ਦਾ ਨਹੀਂ ਪਤਾ, ਮੈਨੂੰ ਪਤਾ ਮੈਂ ਐਜ਼ ਏ ਕਾਉਂਸਲਰ ਜਿੱਤੀ ਹਾਂ, ਇਹਨਾਂ ਨੇ ਬੀਜੇਪੀ 'ਚ ਕੰਮ ਕੀਤੇ ਆ ਤਾਂ ਅਸੀਂ ਉਸ ਬੇਸ ਤੇ ਅਸੀਂ ਜਿੱਤੇ ਹਾਂ, ਤਾਂ ਅੱਗੇ ਵੀ ਅਸੀਂ ਮਤਲਬ ਐਜ਼ ਏ ਪਾਰਟੀ ਬਣ ਕੇ ਨਹੀਂ, ਅਸੀਂ ਸਾਰੇ ਮਿਲ ਕੇ ਆਪਣੇ ਚੰਡੀਗੜ੍ਹ ਦੀ ਮੇਅਰ ਤੁਸੀਂ ਇਕੱਲੇ ਬੀਜੇਪੀ ਦੇ ਕਾਉਂਸਲਰ ਦੇ ਨਹੀਂ ਤੇ ਸਾਰਿਆਂ ਦੇ ਮੇਅਰ ਦੇ ਤੁਸੀਂ। ਇਹ ਮੈਂ ਪਹਿਲਾਂ ਵੀ ਕਹਿੰਦੀ ਰਹੀ ਹਾਂ ਤੇ ਤੁਸੀਂ ਹੁਣ ਵੀ ਭਾਵੇਂ ਕੋਈ ਆਪ ਦਾ ਜਾਂ ਕਾਂਗਰਸ ਆ ਕੇ ਕਹਿ ਦੇਵੇ ਕਿ ਮੇਅਰ ਮੈਡਮ ਨੇ ਸਾਨੂੰ ਅਟੈਂਡ ਨਹੀਂ ਕੀਤਾ ਜਾਂ ਉਹਨਾਂ ਨੇ ਮਤਲਬ ਕੁਝ ਵੀ, ਮੈਂ ਕਦੇ ਨਹੀਂ ਇਹ ਕਿਹਾ ਹੈਗਾ ਕਿ ਨਹੀਂ ਮੇਰੇ, ਤੁਸੀਂ ਇਵਨ 4 ਮਹੀਨੇ ਹੋ ਗਏ ਨੇ ਹਾਊਸ ਚਲਾ ਲਓ, FNCC ਚਲਾ ਲਓ, ਖੁਦ ਕਮਿਸ਼ਨਰ ਮੈਮ ਵੀ ਹੱਸਦੇ ਤੁਹਾਡਾ ਕੋਈ ਏਜੰਡਾ ਨਹੀਂ ਆਇਆ ਜਾਂ ਕੋਈ ਡਿਵੈਲਪਮੈਂਟ ਦਾ ਕੰਮ, ਮੈਂ ਕਿ ਮੇਅਰ ਹੋ ਕੇ ਮਤਲਬ ਕੱਲੇ ਮੈਂ ਆਪਣੇ ਵਾਰਡ ਨੂੰ ਥੋੜਾ ਪੂਰਾ ਚੰਡੀਗੜ੍ਹ, ਬਹੁਤ ਵੱਡੀ ਗੱਲ ਤੇ ਮੈਂ ਚਾਹੁੰਦੀ ਹਾਂ ਕਿ ਪਾਰਟੀ ਤੋਂ ਉੱਠ ਕੇ ਨਾ ਇਹ ਚੀਜ਼ ਹੋਵੇ ਕਿ ਅਸੀਂ ਐਜ਼ ਏ ਸਾਰੇ ਫੈਮਿਲੀ ਨੇ ਤੇ ਅਸੀਂ ਕੰਮ ਕਰਨਾ ਆਪਣੀ ਚੰਡੀਗੜ੍ਹ ਲਈ ਕਰਨਾ ਹੈ। ਜੀ 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 ਮੈਂ ਯਾਦ ਹੈ ਜਦੋਂ ਚੰਡੀਗੜ੍ਹ ਦਾ ਮੁੱਦਾ ਆਇਆ ਸੀ ਉੱਥੇ, ਤੇ ਉਦੋਂ ਵੀ ਬਹੁਤ ਰੌਲਾ ਪੈ ਰਿਹਾ ਸੀ, ਆਪ ਵਾਲੇ ਕੁਝ ਕਹਿ ਰਹੇ ਸੀ, ਉਹ ਸਮਝ ਨਹੀਂ ਆ ਰਹੀ ਉਹ ਚਾਹੁੰਦੇ ਕੀ ਨੇ, ਇਸੇ ਤਰ੍ਹਾਂ ਬੀਜੇਪੀ ਵਾਲੇ, ਕਾਂਗਰਸ ਵਾਲੇ, ਉਦੋਂ ਮੈਂ ਦੇਖਿਆ ਹੈ ਵੀ ਕਿੰਨੇ ਉਹ ਸਖਤ ਭਾਸ਼ਾ ਵਰਤ ਰਹੇ ਤੁਹਾਡੇ ਬਾਰੇ ਜਾਂ ਹਾਊਸ 'ਚ, ਤੇ ਤੁਸੀਂ ਬੜੇ ਆਰਾਮ ਨਾਲ ਕਹਿੰਦੇ ਬੈਠ ਜਾਓ, ਗੱਲ ਤੇ ਸੁਣੋ। ਬਿਲਕੁਲ ਵੀਰ ਜੀ, ਦੇਖੋ ਅਸੀਂ ਕੋਈ ਵੀ ਕੰਮ ਹੈ, ਜਦ ਮੈਂ ਕਿਹਾ ਕਿ ਅਸੀਂ ਇੱਕ ਫੈਮਿਲੀ ਹੈ, ਦੇਖੋ ਅਗਰ ਅਸੀਂ ਆਪਣੀ ਇੱਕ ਰਾਏ ਬਣਾ ਕੇ ਅਸੀਂ ਚੰਡੀਗੜ੍ਹ ਦਾ ਡਿਵੈਲਪਮੈਂਟ ਦਾ ਕੋਈ ਕੰਮ ਪੂਰਾ ਨਹੀਂ ਕਰਾਂਗੇ ਤਾਂ ਕਦੇ ਸਿਰੇ ਨਹੀਂ ਚੜੇਗਾ, ਉਹ ਅਟਕਿਆ ਰਹੇਗਾ। ਤੇ ਜਦ ਮਤਲਬ ਅਸੀਂ ਆਪਣੀ ਸ਼ਹਿਰ ਲਈ ਕੰਮ ਕਰਨਾ ਹੈ ਤਾਂ ਸਾਡੀ ਰਾਏ ਇੱਕ ਹੋਣੀ ਚਾਹੀਦੀ ਹੈ, ਤੇ ਕਿਸੇ ਸਪੈਸ਼ਲ ਅਗਰ ਮੈਂ ਕਹਾਂ ਕਿ ਮੇਰੇ ਘਰ ਦਾ ਜਾਂ ਮੇਰੇ ਹਾਊਸ ਦਾ ਮਾਮਲਾ ਜਾਂ ਕਮਿਸ਼ਨਰ ਦੇ ਜਾਂ ਆਪ ਦੇ ਕਿਸੇ ਇੱਕ ਘਰ ਦਾ ਜਾਂ ਮਸਲਾ ਜਾਂ ਏਜੰਡਾ ਹੈ, ਉਹ ਸਾਡੇ ਪੂਰੇ ਸ਼ਹਿਰ ਦੇ ਡਿਵੈਲਪਮੈਂਟ ਦੇ ਏਜੰਡੇ, ਤੇ ਸਾਡੀ ਤਿੰਨੇ ਪਾਰਟੀਆਂ ਦੀ ਐਜ਼ ਏ ਪਾਰਟੀ ਉੱਠ ਕੇ ਸਾਡੀ ਰਾਏ ਇੱਕ ਹੋਣੀ ਚਾਹੀਦੀ ਹੈ। ਇੱਕ ਛੋਟਾ ਜਿਹਾ ਸਵਾਲ ਜੋ ਮਨ ਚ ਆਇਆ ਉਹੀ ਕਿਉਂ, ਉਹਦੇ ਤੇ ਕੁਛ ਇਦਾਂ ਦੀ ਮੇਰੇ ਵਰਗੇ ਜਿਹੜੇ ਕਮਲੇ ਬੰਦੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਕਹਿੰਦੇ ਇਹ ਵੀ ਚੰਡੀਗੜ੍ਹ ਨੂੰ ਡਿਊਟੀ ਰੱਖਣ ਦਾ ਮਤਾ ਨਹੀਂ ਪਾਸ ਕਰਨਾ ਚਾਹੀਦਾ, ਸਰਬਜੀਤ ਕੌਰ ਇੱਕ ਪੰਜਾਬਣ ਹੈ, ਹਨਾ, ਪੰਜਾਬ ਦੀ ਧੀ ਹੈ, ਚੰਡੀਗੜ੍ਹ ਦੀ ਨੂੰਹ ਹੈ, ਤੇ ਇਹਨੂੰ ਇਹਦੇ ਨਾਲ ਕਿਤੇ ਪੰਜਾਬੀਅਤ ਨੂੰ ਸੱਟ ਲੱਗੀ ਹੈ, ਤੇ ਉਹਦੇ ਬਾਰੇ ਕਿਵੇਂ ਕਹਿਣਾ ਚਾਹੁੰਦੇ ਤੁਸੀਂ? ਨਹੀਂ, ਸੋ ਸਿੰਪਲ ਇੱਕ ਸੀਗਾ ਮੈਸੇਜ ਸੀਗਾ, ਅਸੀਂ ਲੋਕਾਂ ਦੀ ਰਾਏ ਹਾਊਸ 'ਚ ਜਾਣਨਾ ਚਾਹੁੰਦੇ ਸੀਗੇ ਕਿ ਤੁਸੀਂ ਹਰਿਆਣਾ ਜਾਂ ਪੰਜਾਬ ਨਾਲ ਜਾਂ ਇਕੱਲਾ ਚੰਡੀਗੜ੍ਹ ਨੂੰ ਚੰਡੀਗੜ੍ਹ ਹੀ ਰਹਿਣ ਦੇਣਾ ਚਾਹੁੰਦੇ ਹੋ। ਠੀਕ ਸਿੰਪਲ ਇੱਕ ਸੀਗਾ, ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹਦੇ 'ਚ ਕੋਈ ਗਲਤ ਤਾਂ ਨਹੀਂ ਸੀਗਾ ਕਿ ਚੰਡੀਗੜ੍ਹ ਨੂੰ ਚੰਡੀਗੜ੍ਹ ਹੀ ਰਹਿਣ ਦਿੱਤਾ ਜਾਵੇ। ਕਾਉਂਸਲਰ ਦੀ ਇਹੀ ਰਾਏ ਸੀ? ਇਹੀ ਰਾਏ ਸੀਗੀ, ਹਾਂਜੀ। ਤੇ ਓਕੇ ਜਗਾ ਜੀ, ਤੁਸੀਂ ਸੱਚੇ ਮੈਨੂੰ ਦੱਸਿਓ ਇੱਕ ਗੱਲ ਵੀ ਜਿਹੜੀ ਮੇਅਰ ਦੀ ਚਾਬੀ ਤੁਸੀਂ ਆਪਣੀ ਜੇਬ 'ਚ ਪਾਈ ਕਿ ਮੈਡਮ ਇੰਡੀਪੈਂਡੈਂਟਲੀ ਕੰਮ ਕਰਦੇ ਆ? ਨਹੀਂ ਮੈਡਮ, ਦੇਖੋ ਸਟਾਰਟਿੰਗ 'ਚ ਮੈਨੂੰ 1 ਮਹੀਨਾ ਲੱਗਿਆ ਥੋੜਾ ਸਮਝਾਉਣ 'ਚ, ਥੋੜਾ ਗਾਈਡ ਕਰਨਾ ਹੀ ਪੈਣਾ, ਗਾਈਡ ਕਰਨ 'ਚ, ਕਿਉਂਕਿ ਮੇਰਾ ਫਰਜ਼ ਬਣਦਾ ਹੈ ਕਿ ਪਿਛਲੇ 20-22 ਸਾਲਾਂ ਜਦੋਂ ਸਾਡੀ ਮੈਰਿਜ ਹੋਈ ਹੈ, ਮੈਂ ਉਸ ਤੋਂ ਪਹਿਲਾਂ ਦਾ ਰਾਜਨੀਤੀ ਸੀਗਾ, ਤੇ ਅੱਜ ਤੋਂ ਪਹਿਲਾਂ ਇਹਨੇ ਮੇਰਾ ਸਾਰਾ ਘਰ ਪਰ ਸੰਭਾਲਿਆ, ਮਾਂ-ਬਾਪ ਸੰਭਾਲੇ, ਬੱਚੇ ਸੰਭਾਲੇ, ਤੇ ਮੇਰਾ ਹੀ ਫਰਜ਼ ਹੈ ਕਿ ਇਹਦਾ ਸਾਥ ਦੇ ਕੇ ਕਿ ਮੈਂ ਵੀ ਇੱਕ ਆਪਣਾ ਫਰਜ਼ ਨਿਭਾ ਸਕਾਂ, ਤੇ ਉਹ ਫਰਜ਼ ਨਿਭਾਉਣ ਦੇ ਨਾਤੇ ਹੀ ਮੈਂ ਇਹਨੂੰ ਗਾਈਡ ਕੀਤਾ। ਤੇ ਅੱਜ ਉਸ ਦਿਨ ਦੀ ਸਰਬਜੀਤ ਜਿਸ ਦਿਨ ਕੁਰਸੀ ਤੇ ਬੈਠੇ ਸੀ, ਅੱਜ ਦੀ ਮੇਅਰ ਦਾ ਤੁਸੀਂ ਫਰਜ਼, ਜ਼ਮੀਨ ਅਸਮਾਨ ਦਾ ਫਰਕ ਹੈ। ਮੈਡਮ ਤੁਸੀਂ ਦੱਸੋ, ਆਮ ਇਹ ਹੁੰਦਾ ਵੀ ਸਰਪੰਚਨੀ ਤੇ ਫਲਾਣੀ ਹੈ, ਤੇ ਉਹ ਤੇ ਕਿਤੇ ਦੇਖਦੇ ਨੇ ਕੰਮ ਤੇ ਪਤੀ ਕਰਦਾ, ਇਦਾਂ ਇੱਥੇ ਵੀ ਚੱਲਦਾ? ਨਹੀਂ, ਦੇਖੋ ਸਾਥ ਅਗਰ ਮਤਲਬ ਜਿਵੇਂ ਇਹਨਾਂ ਨੇ ਬਿਲਕੁਲ ਢਿੱਲੋਂ ਜੀ ਨੇ ਬਿਲਕੁਲ ਠੀਕ ਕਿਹਾ, ਅਗਰ ਤੁਹਾਡੇ ਹਸਬੈਂਡ ਅੱਗੇ ਜਾ ਰਹੇ ਆ ਤਾਂ ਇੱਕ ਵਾਈਫ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਜਿਵੇਂ ਮੈਂ ਅੱਗੇ ਜਾ ਰਹੀ ਹਾਂ ਤਾਂ ਇਹਨਾਂ ਦਾ ਸਾਥ ਜ਼ਰੂਰੀ ਹੁੰਦਾ, ਤੇ ਕੌਨਫੀਡੈਂਸ਼ਲੀ ਲਾ ਲਓ, ਕੁਝ ਵੀ ਲਾ ਲਓ, ਐਜ਼ ਏ ਜੋ ਹਸਬੈਂਡ ਹੁੰਦਾ ਉਹ ਤੋਂ ਵੱਧ ਕੇ ਕੋਈ ਨਹੀਂ ਹੋ ਸਕਦਾ ਤੁਹਾਨੂੰ। ਮਤਲਬ ਅਗਰ ਪੋਲੀਟੀਕਲ 'ਚ ਕੋਈ ਮਤਲਬ ਸਮੱਸਿਆ ਜਾਂ ਕੁਛ ਹੈ, ਤੇ ਇਹਦੇ 'ਚ ਤਾਂ ਮਤਲਬ ਅਗਰ ਉਹ ਸਾਥ ਵੀ ਦਿੰਦੇ ਨੇ, ਉਹ ਕਿਹੜਾ ਮਤਲਬ ਅਸੀਂ ਮਿਲ ਕੇ ਡਿਵੈਲਪਮੈਂਟ ਦੇ ਲਈ ਕੰਮ ਹੀ ਕਰ ਰਹੇ ਹਾਂ ਨਾ। ਤੇ ਬੱਚੇ ਮਿਸ ਕਰਦੇ ਜਦੋਂ ਦੇ ਮੇਅਰ ਬਣੇ ਜੇ, ਉਹ ਕਹਿੰਦੇ ਨੇ ਮੰਮਾ ਤੂੰ ਤੇ ਕੁਰਸੀ ਤੇ ਬੈਠੀ ਰਹਿੰਦੀ ਮੇਅਰ? ਹਾਂਜੀ, ਨਹੀਂ ਬੇਟਾ ਮੇਰਾ ਵੱਡਾ ਹੈ, ਅੱਜ ਉਹਦਾ ਬਰਥਡੇ ਵੀ ਹੈ 20। ਉਹ ਮੁਬਾਰਕਾਂ ਮੈਡਮ, ਇਹ ਤਾਂ ਬਹੁਤ ਮੁਬਾਰਕਾਂ। 21 ਸਾਲ ਦਾ ਹੋ ਗਿਆ, ਪਰ ਉਹ ਆਸਟ੍ਰੇਲੀਆ ਮੈਲਬਨ ਯੂਨੀਵਰਸਿਟੀ 'ਚ ਆਰਕੀਟੈਕਟ ਕਰ ਰਿਹਾ ਹੈ। ਓਕੇ। ਤੇ ਬੇਟੀ ਮੇਰੀ ਛੋਟੀ ਹੈ, ਉਹ ਸਪੈਸ਼ਲ ਚਾਈਲਡ ਹੈ। ਉਹ ਅੱਛਾ, ਉਹਦੇ ਕਰਕੇ ਸ਼ਾਇਦ ਮੈਂ ਚਾਹੁੰਦੀ ਸੀਗੀ ਕਿ ਮੈਂ ਪੋਲਿਟਿਕਸ 'ਚ ਬਾਹਰ ਨਾ ਜਾਵਾਂ, ਕਿ ਮੈਨੂੰ ਉਹਦਾ ਲੱਗਦਾ ਸੀਗਾ। ਪਰ ਕਹਿੰਦੇ ਨੇ ਅਗਰ ਤੁਹਾਡੀ ਨੀਤ ਸਾਫ਼ ਹੁੰਦੀ ਹੈ, ਤੁਸੀਂ ਅੱਛੇ ਕੰਮ ਲਈ ਨਿਕਲਦੇ ਹੋ ਤਾਂ ਵਧੀਆ ਹੀ ਹੁੰਦਾ, ਤੇ ਚੱਲੀ ਜਾਂਦਾ ਚੱਲਦਾ। ਓਕੇ।
ਓਕੇ, ਇੱਕ ਦੱਸੋ, ਤੁਸੀਂ ਜੱਗਾ ਹੁਣਾਂ ਨੇ ਕਹਿ ਦਿੱਤਾ ਵੀ ਉਦੋਂ ਦੀ ਸਰਬਜੀਤ ਤੇ ਅੱਜ ਦੀ ਸਰਬਜੀਤ ਦੇਖ ਲਓ ਕਿੰਨਾ ਫਰਕ ਆ। ਇਹ ਤੁਸੀਂ ਕੀ ਜਾਦੂ ਕਰਤਾ? ਇੱਕ ਬੀਜੇਪੀ ਨੇ ਮਤਾ ਲਿਆਂਦਾ, ਏਜੰਡਾ ਲਿਆਂਦਾ ਸਫਾਈ ਦੇ ਮੁੱਦੇ ਤੇ 6 ਕਾਉਂਸਲਰ ਤੁਸੀਂ ਆਪਣੇ ਹੱਕ 'ਚ ਭੁਗਤਾ ਲਏ। ਨਹੀਂ ਇਵੇਂ ਦੀ ਗੱਲ ਨਹੀਂ। ਦੇਖੋ ਵੀਰ ਜੀ, ਉਹ ਸੀਗਾ ਜੋ ਬਿਲਕੁਲ ਠੀਕ ਸੀਗਾ। ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਵੀ ਠੀਕ ਲੱਗਿਆ ਕਿ ਇਹ ਗਲਤ ਨਹੀਂ ਹੋਇਆ। ਉਹ ਐਜ਼ ਅ ਇਨਫੋਰਮੇਸ਼ਨ ਸੀਗਾ ਤੇ ਉਹਨਾਂ ਨੇ ਸਾਥ ਦਿੱਤਾ ਹੈ, ਮੇਰੇ ਖਿਆਲ ਡਿਵੈਲਪਮੈਂਟ ਲਈ ਸਾਥ ਦਿੱਤਾ ਹੈ। ਓਕੇ, ਡਿਵੈਲਪਮੈਂਟ, ਪਰ ਉਹਨਾਂ ਨੂੰ ਤੇ ਨੋਟਿਸ ਇਸ਼ੂ ਹੋ ਗਏ ਵੀ ਤੁਸੀਂ ਤੇ ਬੀਜੇਪੀ ਦੇ ਹੱਕ 'ਚ ਭੁਗਤ ਗਏ। ਨਹੀਂ ਇਵੇਂ ਦੀ ਗੱਲ ਨਹੀਂ ਹੈਗੀ ਭਾਜੀ। ਮਤਲਬ ਉਹਨਾਂ ਦੀ ਪਾਰਟੀ ਨੇ ਉਹਦੇ ਬਾਰੇ ਕੀ ਸੋਚਿਆ, ਪਰ ਉਹਨਾਂ ਨੇ ਠੀਕ ਸੋਚਿਆ। ਉਹਨਾਂ ਠੀਕ ਸੋਚਿਆ। ਉਹਨਾਂ ਨੂੰ ਉਸ ਟਾਈਮ 6 ਕਾਉਂਸਲਰਸ ਨੇ ਕਿ ਹਾਂ ਜੋ ਗੱਲ ਸਹੀ ਹੈ, ਪ੍ਰੇਮਲਤਾ ਜੀ ਨੇ ਵੀ ਇਹ ਗੱਲ, ਜੋ ਗੱਲ ਠੀਕ ਹੈਗੀ ਅਸੀਂ ਉਹਦੇ ਅਗੇਂਸਟ ਨਹੀਂ ਜਾਵਾਂਗੇ। ਓਕੇ, ਮਤਲਬ ਉਹ ਠੀਕ ਸਨ, ਉਹ ਠੀਕ ਪਾਰਟੀ ਗਲਤ ਹੋ ਸਕਦੀ ਉਹਨਾਂ ਦੀ ਨਹੀਂ। ਉਹ ਉਹਨਾਂ ਦੀ ਪਾਰਟੀ ਦੀ ਆਪਣੀ ਰਾਏ ਕਿ ਤੁਸੀਂ ਉਹਨਾਂ ਦਾ ਸਾਥ ਐਜ਼ ਅ ਪਾਰਟੀ, ਜਿਵੇਂ ਤੁਸੀਂ ਬੀਜੇਪੀ ਦਾ ਸਾਥ ਨਹੀਂ ਦੇਣਾ, ਉਹਨਾਂ ਦੀ ਕੋਈ ਵੀ ਗੱਲ ਹੋਵੇ, ਕਾਂਗਰਸ ਦਾ ਸਾਥ, ਉਹ ਅਸੀਂ ਪਾਰਟੀ ਲੈਵਲ ਤੋਂ ਉੱਠ ਕੇ ਅਗਰ ਕੋਈ ਕੰਮ ਕਰਾਂਗੇ ਨਾ, ਡਿਵੈਲਪਮੈਂਟ ਦਾ ਕੰਮ ਤਦੇ ਹੋਵੇਗਾ। ਜੱਗਾ ਜੀ, ਕਿੰਨੀ ਮਾਣ ਵਾਲੀ ਗੱਲ ਹੈ ਵੀ ਚੰਡੀਗੜ੍ਹ ਪੰਜਾਬੀ ਪਿੰਡਾਂ ਤੇ ਉੱਪਰ ਉਸਰਿਆ। ਤੁਸੀਂ ਮਨੀ ਮਾਜਰਾ ਦੇ ਜੱਦੀ ਵਸਨੀਕ ਜੇ, ਤੇ ਜੱਦੀ ਵਸਨੀਕ ਦੀ ਪਤਨੀ ਦਾ ਮੇਅਰ ਬੰਦਾ, ਜਾਂ ਇਹ ਵੀ ਜੱਦੀ ਨੇ ਹੁਣ ਤੇ ਚੰਡੀਗੜ੍ਹ ਦੇ ਕਹਿ ਸਕਦੇ ਪਰਿਵਾਰ 'ਚ ਆ ਗਏ। ਆਮ ਇੱਕ ਪ੍ਰਭਾਵ ਇਹ ਹੈ ਵੀ ਚੰਡੀਗੜ੍ਹ ਦਾ ਜਿਹੜਾ ਸਿਸਟਮ ਹੈ, ਮਾਹੌਲ ਹੈ, ਜਿਹੜਾ ਖਾਸ ਕਰਕੇ ਸਿਆਸੀ ਅਖਾੜਾ ਉਹ ਇਸ ਢੰਗ ਦਾ ਬਣ ਗਿਆ ਵੀ ਹੁਣ ਬਤੌਰ ਪੰਜਾਬੀਅਤ ਜੇ ਆਪਾਂ ਕਹੀਏ ਵੀ ਉਸ ਏਜੰਡੇ ਨੂੰ ਲੈ ਕੇ ਕਿਤੇ MP ਦੀ ਇਲੈਕਸ਼ਨ ਲੜੀਏ, ਕੌਂਸਲਰ ਦੀ ਲੜੀਏ, ਤਾਂ ਸੰਭਵ ਨਹੀਂ ਹੈਗਾ, ਕਿਉਂਕਿ ਪ੍ਰਵਾਸੀ ਬਹੁਤ ਆ ਗਏ ਨੇ, ਗੈਰ ਪੰਜਾਬੀ ਬਹੁਤ ਆ ਗਏ ਨੇ। ਔਰ ਇੱਕ ਜੱਦੀ ਪਰਿਵਾਰ ਦੀ ਨੂੰਹ ਜਿਹੜੀ ਹੈ ਉਹਦਾ ਮੇਅਰ ਬਣਨਾ, ਸੱਚੀ ਮੁੱਚੀ ਕਿਤੇ ਇਹ ਸੋਚਿਆ ਸੀ ਕਿ ਇਤਫਾਕਨ ਲੱਗਾ ਤੁਹਾਨੂੰ? ਨਹੀਂ ਭਾਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚਲੋ ਮੈਂ ਤਾਂ ਰਾਜਨੀਤੀ 'ਚ ਬੜੇ ਟਾਈਮ ਤੋਂ ਮਿਹਨਤ ਕਰ ਹੀ ਰਿਹਾ ਸੀਗਾ, ਕਈ ਅਹੁਦਿਆਂ ਤੇ ਰਿਹਾ, ਇਲੈਕਸ਼ਨ ਵੀ ਲੜੇ, ਹਾਰੇ ਵੀ, ਜਿੱਤੇ ਵੀ। ਲੇਕਿਨ ਜਿਹੜਾ ਇਹ ਪਹਿਲੀ ਵਾਰ ਹੋਇਆ, ਇੱਕ ਤਾਂ ਦੇਖੋ ਤੁਸੀਂ ਸੋਚੋ, ਪਹਿਲਾਂ ਜੋ ਮੇਅਰ ਲੜਦਾ ਸੀਗਾ ਇਲੈਕਸ਼ਨ ਜਾਂ ਮੇਅਰ ਬਣਦਾ ਸੀਗਾ ਜੀ, ਉਹ 70% ਚੰਡੀਗੜ੍ਹ ਦਾ ਮੇਅਰ ਸੀਗਾ, 30% ਸਾਡੇ ਪਿੰਡ ਉਹਨਾਂ ਦੇ ਵਿੱਚ ਨਹੀਂ ਸੀਗੇ। ਬਿਲਕੁਲ ਪਹਿਲੀ ਵਾਰ ਹੈ ਕਿ ਪੂਰੇ ਚੰਡੀਗੜ੍ਹ ਨੂੰ ਇੱਕ ਜੋ ਮੇਅਰ ਮਿਲਿਆ ਉਹ ਪੂਰੇ ਚੰਡੀਗੜ੍ਹ ਦਾ ਮਿਲਿਆ, ਔਰ ਚੰਡੀਗੜ੍ਹ ਦੇ ਅਸਲੀ ਪਿੰਡ ਜਿਨ੍ਹਾਂ ਦੇ ਵਜੂਦ ਦੇ ਨਾਲ ਹੀ ਚੰਡੀਗੜ੍ਹ ਬਣਿਆ, ਉਹਨਾਂ ਪਿੰਡਾਂ ਚੋਂ ਹੀ, ਜੱਦੀ ਪਿੰਡਾਂ ਚੋਂ ਮਿਲਿਆ। ਇਹ ਜਦੋਂ ਕਾਰਪੋਰੇਸ਼ਨ ਬਣੀ ਹੈ ਕਿ ਪਹਿਲੀ ਵਾਰ ਇਦਾਂ ਦਾ ਹੋਇਆ ਹੈ ਕਿ ਸਾਨੂੰ ਇੱਕ ਆਪਣਾ ਮੇਅਰ ਮਿਲਿਆ, ਆਪਣੇ ਚੰਡੀਗੜ੍ਹ ਨੂੰ ਆਪਣਾ ਮੇਅਰ ਮਿਲਿਆ ਹੋਇਆ। ਉਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਬੜੀ ਲੋਕਾਂ 'ਚ ਵੀ, ਪਿੰਡਾਂ 'ਚ ਖੁਸ਼ੀ ਦਾ ਮਾਹੌਲ ਹੈ। ਤੁਸੀਂ ਦੇਖਿਆ ਹੋਣਾ ਕਿ ਉਹੀ ਸਾਡੇ ਲੋਕ ਜੋ ਕਿਸਾਨ ਅੰਦੋਲਨ 'ਚ ਵਿਰੋਧ ਕਰਦੇ ਸੀਗੇ ਜੀ, ਜੱਗੇ ਨੂੰ ਪਾਰਟੀ ਛੱਡਣ ਲਈ ਕਹਿੰਦੇ ਸੀਗੇ, ਤੇ ਜਦੋਂ ਉਹਨਾਂ ਨੇ ਮੇਅਰ ਦੀ ਕੁਰਸੀ ਤੇ ਪਾਰਟੀ ਨੇ ਬਿਠਾਇਆ ਤੇ ਉਹਨਾਂ ਹੀ ਲੋਕਾਂ ਨੇ ਕਿਹਾ ਕਿ ਨਹੀਂ, ਅਗਰ ਇਹ ਕੰਮ ਵੀ ਕਰਿਆ ਤਾਂ ਅੱਜ ਭਾਰਤੀ ਜਨਤਾ ਪਾਰਟੀ ਨਹੀਂ ਕਰਿਆ ਸਾਡਾ। ਤੇ ਵੱਡੀ ਗੱਲ ਇਹ ਹੈ ਵੀ ਬੀਜੇਪੀ ਦੇ ਕਾਫੀ ਜਿਹੜੇ ਕਾਉਂਸਲਰ ਜਿੱਤੇ ਨੇ ਉਹ ਪੰਜਾਬੀ ਨੇ। 13 ਵਿੱਚੋਂ ਕਿੰਨੇ ਨੇ? 5 ਪੰਜਾਬੀ ਨੇ। ਬਿਲਕੁਲ। ਓਕੇ ਮੈਡਮ, ਗੱਲ ਪਿੰਡਾਂ ਦੀ ਚੱਲ ਰਹੀ ਸੀ, ਤੁਸੀਂ ਪਿੰਡਾਂ ਨਾਲ ਸੰਬੰਧਿਤ ਜੇ, ਬਤੌਰ ਮੇਅਰ ਪਿੰਡਾਂ ਲਈ ਸਪੈਸ਼ਲ ਕਿਹੜੇ ਹੁਣ ਤੱਕ ਤੁਸੀਂ ਕੋਈ ਪ੍ਰੋਜੈਕਟ ਅਪਰੂਵ ਕਰਾਏ ਆ ਜਾਂ ਕੋਈ ਤੁਹਾਡਾ ਏਜੰਡਾ ਹੈ? ਦੇਖੋ ਵੀਰ ਜੀ, ਪਹਿਲਾਂ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਅਗਰ ਪਿੰਡ ਦੇ ਕੋਈ ਆਂਦੇ ਨੇ, ਉਹਨੂੰ ਸਾਨੂੰ ਲੱਗਦਾ ਹੈ ਕਿ ਅਸੀਂ ਪਹਿਲਾਂ ਕਿਸੇ ਮੇਅਰ ਨੂੰ ਮਿਲਣ ਆਂਦੇ ਸੀਗੇ ਨਾ, ਤੇ ਸਾਨੂੰ ਝਾਕਾ ਜਿਹਾ ਹੁੰਦਾ ਸੀਗਾ ਕਿ ਇਹ ਸਾਨੂੰ ਅਟੈਂਡ ਕਰੂ ਕਿ ਨਹੀਂ ਕਰੂ। ਹੁਣ ਅਸੀਂ ਬੇਫਿਕਰੇ ਹਾਂ ਕਿ ਅਸੀਂ ਆਪਣੀ ਧੀ ਨੂੰ ਮਿਲਣ ਆਏ ਹਾਂ, ਤੇ ਮੈਨੂੰ ਵੀ ਬਹੁਤ ਖੁਸ਼ੀ ਮਾਣ ਹੁੰਦੀ ਹੈ ਕਿ ਮੇਰੇ ਆਪਣੇ ਆਏ ਨੇ। ਤੇ ਮੈਂ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ, ਦੇਖੋ ਡਿਵੈਲਪ ਇਹ ਪਲੈਨਡ ਸਿਟੀ ਹੈ ਚੰਡੀਗੜ੍ਹ ਸ਼ਹਿਰ ਤਕਰੀਬਨ, ਤੇ ਹੁਣ ਸਾਡੇ ਪਿੰਡਾਂ 'ਚ ਮੇਨ ਕੰਮ ਹੋਣ ਵਾਲਾ ਹੈ, ਸੀਵਰੇਜ, ਸੜਕਾਂ ਦਾ, ਜੋ ਵੀ ਉਹਨਾਂ ਦਾ ਅਸੀਂ ਕਾਫੀ ਜੋ ਪਹਿਲਾਂ ਪਾਸ ਹੋਏ ਨੇ ਏਜੰਡੇ, ਉਹ ਸ਼ੁਰੂ ਵੀ ਹੋ ਚੁੱਕਿਆ ਉੱਥੇ ਕੰਮ, ਤੇ ਅਸੀਂ ਹੁਣ ਹੋਰ ਵੀ ਅੱਗੇ ਵਧੀਆ ਡਿਵੈਲਪ ਕਰਾਂਗੇ। ਇੱਕ ਬਹੁਤ ਵੱਡੀ ਚੰਡੀਗੜ੍ਹ ਦੇ ਪਿੰਡਾਂ ਦੀ, ਦੇਖੋ ਪਿੰਡਾਂ ਦੇ ਪਹਿਲੋਂ ਘਰ ਉਜਾੜੇ, ਮਲਬਿਆਂ ਦੇ ਭਾਅ ਘਰਾਂ ਦੇ ਜਿਹੜੇ ਮੁਆਵਜ਼ੇ ਦਿੱਤੇ, ਫਿਰ ਖੇਤੀ ਦੀ ਜ਼ਮੀਨ ਜੱਗੇ ਨੂੰ ਤੇ ਚੰਗੀ ਦਾ ਜਾਣਦੇ, ਤੁਸੀਂ ਵੀ ਜਾਣਦੇ, ਕੌਡੀਆਂ ਦੇ ਭਾਅ ਖੋਲੀ, ਫਿਰ ਪਿੰਡਾਂ ਦੇ ਲੋਕਾਂ ਨੇ ਆਪਣੇ ਨਿਰਬਾਹ ਲਈ, ਰੋਟੀ ਪਾਣੀ ਦਾ ਟੁੱਕ ਕਰਨ ਲਈ ਪਿੰਡਾਂ 'ਚ ਪਸ਼ੂ ਰੱਖੇ, ਦੁਧਾਰੂ ਪਸ਼ੂ, ਉਹ ਵੀ ਕਾਰਪੋਰੇਸ਼ਨ ਨੇ ਬਾਹਰ ਕਢਾਤੇ। ਫਿਰ ਪਿੰਡਾਂ ਦੇ ਲੋਕਾਂ ਨੇ ਮਾੜੀਆਂ ਮੋਟੀਆਂ ਦੁਕਾਨਾਂ ਬਣਾ ਲਈਆਂ, ਘਰਾਂ ਦੇ ਨਾਲ ਛੋਟੀ, ਉਹ ਕਿਰਾਏ ਤੇ ਦੇ ਦਿੱਤੀ। ਹੁਣ ਪਤਾ ਲੱਗਾ ਕੋਈ ਕਮਰਸ਼ੀਅਲ ਉਹਨਾਂ ਤੇ ਟੈਕਸ ਵੀ ਲੱਗ ਰਿਹਾ, ਕੋਈ ਇਦਾਂ ਦਾ ਏਜੰਡਾ ਵੀ ਹੈਗਾ? ਨਹੀਂ, ਅਸੀਂ ਦੇਖੋ ਮੇਰਾ ਲਾ ਹੀ ਦਿੱਤਾ ਸ਼ਾਇਦ। ਨਹੀਂ, ਹਲੇ ਤਾਂ ਲਾਗੂ ਕਰਨਾ ਹੈ, ਲਾਗੂ ਕਰ ਰਹੇ ਸੀ। ਇਹ ਸੀਗਾ ਕਿ ਪਿੰਡਾਂ 'ਚ ਹਲੇ ਡਿਵੈਲਪਮੈਂਟ ਹੋਈ ਨਹੀਂ ਹੈ, ਵੀ ਜਦ ਤੱਕ ਉਹਨੂੰ ਰੋਕਿਆ ਜਾਵੇ ਟੈਕਸ ਨੂੰ। ਮਤਲਬ ਤੁਸੀਂ ਇਹ ਐਫਰਟਸ ਕਰ ਰਹੇ ਜੀ? ਹਾਂਜੀ। ਓਕੇ। ਤੇ ਇੱਕ ਹੋਰ ਮੁੱਦਾ, ਬਤੌਰ ਪੰਜਾਬਣ
ਪੰਜਾਬੀ ਭਾਸ਼ਾ ਬਾਰੇ ਕੀ ਕਰ ਰਹੇ ਜੇ ਤੁਸੀਂ? ਕੀ ਮਨ 'ਚ ਕੋਈ ਹੈਗਾ ਤੁਹਾਡੇ ਵੀ ਮੈਂ ਬਤੌਰ ਮੇਅਰ ਇਹ ਕਰਕੇ ਜਾਵਾਂ ਵੀ ਪੰਜਾਬੀ ਯਾਦ ਰੱਖਣ? ਬਿਲਕੁਲ ਵੀਰ ਜੀ, ਬਿਲਕੁਲ। ਜਿਵੇਂ ਹਾਊਸ 'ਚ ਹੁਣ ਏਜੰਡੇ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਪੰਜਾਬੀ 'ਚ, ਤੋਂ ਉਹ ਪੰਜਾਬੀ 'ਚ ਆਉਂਦਾ ਹੈ। ਜੋ ਸਾਡਾ ਪਹਿਲਾ ਬਜਟ ਪਾਸ ਹੋਣਾ ਸੀਗਾ ਉਹ ਵੀ ਅਸੀਂ ਪੰਜਾਬੀ 'ਚ ਮੰਗਵਾਇਆ। ਤੇ ਹੁਣ ਮੇਰੀ ਇਹ ਕੋਸ਼ਿਸ਼ ਜ਼ਰੂਰ ਰਹੇਗੀ ਕਿ ਆਪਣੀ ਟਰਮ 'ਚ ਮੈਂ ਗਵਰਨਰ ਸਰ ਨੂੰ ਸਪੈਸ਼ਲੀ ਮਿਲਾਂ, ਇੱਕ ਲੈਟਰ ਵੀ ਦੇਵਾਂ ਕਿ ਆਫੀਸ਼ੀਅਲ ਜਿਹੜੇ ਕੰਮ ਨੇ ਉਹ ਇੰਗਲਿਸ਼ 'ਚ ਤਾਂ ਹੁੰਦੇ ਹੀ ਨੇ ਤੇ ਹਿੰਦੀ ਤੇ ਪੰਜਾਬੀ 'ਚ ਵੀ ਜ਼ਰੂਰ ਹੋਣੇ ਚਾਹੀਦੇ ਨੇ। ਜਿਵੇਂ ਹੁਣ ਸਾਡੇ ਪਿੰਡ ਕਾਫੀ ਚੰਡੀਗੜ੍ਹ ਤੇ ਕਾਫੀ ਪੰਜਾਬੀ ਨੇ, ਮੋਸਟਲੀ ਸਭੀ ਪੰਜਾਬੀ ਨੇ, ਤੇ ਭਾਵੇਂ ਪਿੰਡਾਂ 'ਚ ਰਹਿੰਦੇ, ਸੈਕਟਰਾਂ 'ਚ ਰਹਿੰਦੇ, ਸਾਰੇ ਬਿਲਕੁਲ ਜਿਵੇਂ ਪਿੰਡ ਸਾਡੇ ਨਾਲ ਰਲੇ ਨੇ ਉਹ ਵੀ ਸਾਰੇ ਪੰਜਾਬੀ ਨੇ, ਸਾਡੇ ਭਾਈ ਨੇ, ਕਿ ਪੰਜਾਬੀ 'ਚ ਜ਼ਰੂਰ ਹੋਣਾ ਚਾਹੀਦਾ ਹੈ। ਤੇ ਇਹ ਤੁਸੀਂ ਲੈਟਰ ਲਿਖੋਗੇ? ਬਿਲਕੁਲ ਬਿਲਕੁਲ। ਬਤੌਰ ਮੇਅਰ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੋਊਗੀ। ਬਿਲਕੁਲ ਇਸ ਟਰਮ 'ਚ ਮੈਂ ਬਿਲਕੁਲ ਚਾਹੂੰਗੀ ਕਿ ਸਾਡੀ ਪੰਜਾਬੀ ਜੋ ਹੈ ਉਹ ਆਫੀਸ਼ੀਅਲ ਲੈਂਗੁਏਜ ਬਣੇ। ਓਕੇ। ਤੇ ਜੱਗਾ ਜੀ ਤੁਸੀਂ ਤਜਰਬਾ ਬਹੁਤ ਤੁਹਾਨੂੰ ਸਿਆਸਤ ਦਾ, ਤੁਸੀਂ ਮੈਡਮ ਨੂੰ ਕੁਝ ਅਪਰੋਚ ਕੀਤੀ ਹੋਵੇ ਜਾਂ ਕੋਈ ਰਿਕਮੈਂਡ ਕਰਦੇ ਹੋ ਵੀ ਇਹ ਏਜੰਡੇ ਜਿਹੜੇ ਨੇ ਇਹ ਸਾਨੂੰ ਅਪਰੂਵ ਕਰਾਉਣੇ ਚਾਹੀਦੇ, ਤਾਂ ਜੋ, ਕਿਉਂਕਿ ਮੇਅਰ ਬਹੁਤ ਵੱਡੀ ਗੱਲ ਹੈ। 11 ਕੁ ਮਹੀਨੇ ਤੁਹਾਨੂੰ ਮਿਲਦੇ ਨੇ, ਬਾਕੀ ਤਾਂ ਇਲੈਕਸ਼ਨ 'ਚ ਨਿਕਲ ਜਾਂਦੇ ਨੇ। 11 ਮਹੀਨਿਆਂ 'ਚ ਤੁਸੀਂ ਸੋਚਿਆ ਵੀ ਮੈਂ ਆਪਣੀ ਪਤਨੀ ਕੋਲੋਂ ਕੋਈ ਇਦਾਂ ਦਾ ਜਿਹੜਾ ਕੰਮ ਕਰਾਵਾਂ ਵੀ ਲੋਕ ਯਾਦ ਕਰਨ ਵੀ ਸਰਬਜੀਤ ਕੌਰ ਕਿਤੇ ਮੇਅਰ ਰਹੀ ਹੈ ਚੰਡੀਗੜ੍ਹ ਦੀ? ਭਾਜੀ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਪਿਛਲੇ ਟਰਮ 'ਚ ਰਿਹਾ ਤੇ ਉਸ ਟਾਈਮ ਵੀ ਪਿੰਡਾਂ ਵਾਲਿਆਂ ਨਾਲ ਮੇਰੀ ਬੜੀ ਸਾਂਝ ਸੀਗੀ, ਕਿਉਂਕਿ ਪਿੰਡਾਂ 'ਚ ਪੰਚਾਇਤਾਂ ਭੰਗ ਹੋਈਆਂ, ਪਿੰਡਾਂ ਨੂੰ ਰਿਪਰੈਜ਼ੈਂਟ ਕਰਦੇ ਤੁਸੀਂ? 2-2 3-3 ਸਾਲ ਹੋ ਗਏ ਸੀ ਪੰਚਾਇਤਾਂ ਭੰਗ ਹੋਈਆਂ ਨੂੰ, ਕਾਰਪੋਰੇਸ਼ਨ ਬਣੀ ਸੀ, ਉਹਨਾਂ ਦੇ ਬੜੇ ਮੁੱਦੇ ਸੀਗੇ ਜੋ ਵਿਚਾਰਦੇ ਸੀਗੇ। ਤੇ ਉਹਨਾਂ ਨੇ ਕੋਈ ਵੀ ਆਪਣਾ ਰਾਸ਼ਨ ਕਾਰਡ ਬਣਵਾਉਣਾ, ਆਧਾਰ ਕਾਰਡ ਬਣਾਉਣਾ, ਇਹ 8-10 ਪਿੰਡਾਂ ਦੇ ਲੋਕ ਮੇਰੇ ਕੋਲ ਹੀ ਉਸ ਟਾਈਮ ਤੋਂ ਆਉਂਦੇ ਸੀਗੇ। ਤੇ ਉਹਨਾਂ ਦਾ ਫਾਇਦਾ ਇਹ ਮਿਲਿਆ ਕਿ ਉਹਨਾਂ ਦੀ ਸਮੱਸਿਆ ਮੈਨੂੰ ਪਤਾ ਲੱਗਦੀ ਨਹੀਂ ਟਾਈਮ ਟੂ ਟਾਈਮ। ਜਿੱਦਾਂ ਕਿ ਸਾਡਾ ਬਿਲਡਿੰਗ ਬਾਇਲਾਜ਼ ਪਿੰਡਾਂ ਤੇ ਵੀ ਸਾਨੂੰ ਉਹੀ ਲੱਗਿਆ ਹੋਇਆ ਜੋ ਪਲਾਂਟ ਸਿਟੀ ਦੇ ਹੈ। ਮੈਂ ਉਹਤੇ ਇੱਕ ਕਮੇਟੀ ਬਣੀ ਤੇ ਕਮੇਟੀ 'ਚ ਮੈਂ ਮੈਂਬਰ ਬਣਿਆ, ਸਾਡਾ ਜੁਆਇੰਟ ਕਮਿਸ਼ਨਰ। ਮੈਂ ਉਹ ਮੁੱਦਾ ਉਠਾਇਆ ਗਵਰਨਰ ਸਾਹਿਬ ਕੋਲ, ਐਡਵਾਈਜ਼ਰ ਸਾਹਿਬ ਕੋਲ, ਕਿ ਜੋ ਪਿੰਡਾਂ ਸਾਡੇ ਕੋਲ ਆਏ ਨੇ ਇਹਨਾਂ ਦੀ ਹਾਈਟ, ਕਈ ਨੇ 4 ਮੰਜ਼ਿਲ ਮਕਾਨ ਵੀ ਬਣਾ ਲਏ ਨੇ ਤੇ ਸਾਡੇ ਚੰਡੀਗੜ੍ਹ 'ਚ 34 ਫੁੱਟ ਦੇ ਉੱਪਰ ਹਾਈਟ ਨੂੰ ਮਨਜ਼ੂਰੀ ਨਹੀਂ ਦਿੰਦੇ। ਅਸੀਂ ਚੰਡੀਗੜ੍ਹ 'ਚ ਇਹ ਭੁਗਤ ਭੋਗੀ ਹੈਗੇ ਆ। ਪਹਿਲਾਂ ਮਨੀਵਾਰਾ ਜਦੋਂ ਸਾਡਾ ਸ਼ਾਮਲ ਹੋਇਆ ਸਾਡੇ ਲੋਕਾਂ ਨੂੰ ਪਰੇਸ਼ਾਨੀ ਆਈ, ਮੈਨੂੰ ਪਤਾ ਸੀਗੀ, ਤੇ ਇਸ ਗੱਲ ਨੂੰ ਮੈਂ ਉਠਾਇਆ ਤੇ ਹੁਣ ਇਹ ਇੱਕ 3 ਸਟੈਪ ਕ੍ਰੋਸ ਕਰ ਚੁੱਕੀ ਇਹ ਚੀਜ਼ ਕਿ ਸਾਡੇ ਪਿੰਡਾਂ ਨੂੰ ਇੱਕ ਤਾਂ ਕਮਰਸ਼ੀਅਲ ਜੋ ਹੈ ਦੁਕਾਨਾਂ ਪਾਸ ਕਰ ਦਿੱਤੀਆਂ ਜਾਣ, ਤੇ ਦੂਜਾ ਹਾਈਟ ਦੀ ਅਪਰੂਵਲ ਹੋਏ ਤੇ ਬੇਸਮੈਂਟ ਬਣਾਈ ਜਾਏ, ਤਾਂ ਕਿ ਇੱਕ ਅਸੀਂ ਮਾਡਲ ਵਿਲੇਜ ਇਹਨਾਂ ਨੂੰ ਪੇਸ਼ ਕਰੀਏ, ਤਾਂ ਕਿ ਇਹ ਦਿੱਕਤਾਂ ਜੋ ਲੋਕਾਂ ਨੂੰ ਆਉਣ ਵਾਲੇ 5-10 ਸਾਲਾਂ 'ਚ ਅਗਲੇ ਆਉਣੀਆਂ, ਜੇ ਅਸੀਂ ਹੁਣੇ ਤੋਂ ਇਹਨਾਂ ਦਾ ਹੱਲ ਨਾਲ ਲੈ ਕੇ ਚੱਲਾਂਗੇ ਤਾਂ ਆਉਣ ਵਾਲੇ ਟਾਈਮ 'ਚ ਹੱਲ ਨਹੀਂ ਹੋਗਾ। ਤੇ ਹੁਣ ਉਹ ਜੋ ਕੰਮ ਪੈਂਡਿੰਗ ਪਏ ਸੀਗੇ ਉਹ ਹੁਣ ਮੈਂ ਆਪਣੇ ਮੇਅਰ ਮੈਡਮ ਨੂੰ ਕਹਿ ਕੇ ਤੇ ਉਹਨਾਂ ਨੂੰ ਪਾਸ ਕਰਵਾਉਣਾ ਚਾਹੁੰਦਾ ਕਿ ਉਹ ਕੰਮ ਮੈਨੂੰ ਇਹ ਲੱਗੇ ਚਾਹੇ ਮੈਂ ਸ਼ੁਰੂ ਕੀਤੇ ਸੀਗੇ ਤੇ ਪੂਰੇ ਇਹਨਾਂ ਨੇ ਕੀਤੇ, ਤੇ ਲੇਕਿਨ ਪੂਰੇ ਕੰਮ ਕੋਈ ਵੀ ਕਰੇ ਸਾਡੇ ਪਰਿਵਾਰ ਚੋਂ, ਸਾਡੀ ਪਾਰਟੀ ਚੋਂ, ਲੇਕਿਨ ਉਹਦਾ ਸਿਹਰਾ ਕਿਤੇ ਨਾ ਕਿਤੇ ਪਿੰਡ ਵਾਲਿਆਂ ਦੇ ਮੱਥੇ ਬੰਨਿਆ ਜਾਏ। ਪਿੰਡ ਵਾਲਿਆਂ ਨੂੰ ਜੱਗਾ ਪਰਿਵਾਰ ਨੂੰ ਸੋਚਿਆ ਤੇ ਪਿੰਡਾਂ ਲਈ ਕਰਿਆ। ਮੈਡਮ ਮੇਅਰ ਪਹਿਲੋਂ ਬਹੁਤ ਮਹਿਲਾਵਾਂ ਰਹੀਆਂ ਨੇ, ਮੈਡਮ ਹਰਜਿੰਦਰ ਕੌਰ, ਪੂਨਮ ਸ਼ਰਮਾ, ਇਸੇ ਤਰ੍ਹਾਂ ਕਮਲਾ ਸ਼ਰਮਾ ਵਗੈਰਾ, ਪਰ ਉਹ ਸਿਆਸਤ 'ਚ ਸਨ ਪਹਿਲੋਂ। ਤੁਹਾਨੂੰ ਇਤਫਾਕਨ ਇਸ ਕੁਰਸੀ ਤੇ ਬੈਠਣਾ ਪਿਆ ਬਤੌਰ ਮਹਿਲਾ। ਤੁਹਾਨੂੰ ਕਿਤੇ, ਕਿਉਂਕਿ ਸਾਰੇ ਚੰਡੀਗੜ੍ਹ ਨੂੰ ਤੁਸੀਂ ਵਾਚ ਕਰਨਾ, ਡੇਲੀ ਕੋਈ ਨਾ ਕੋਈ ਪ੍ਰੋਜੈਕਟ ਹੋਣਾ, ਮੀਟਿੰਗਾਂ ਜਿਹੜੀਆਂ ਪ੍ਰਸ਼ਾਸਨ ਦੀਆਂ, ਕਾਰਪੋਰੇਸ਼ਨ ਦੀਆਂ ਅਟੈਂਡ ਕਰਨੀਆਂ, ਬਤੌਰ ਮਹਿਲਾ ਕਿਤੇ ਝਾਕਾ ਜਾਂ ਤੁਹਾਨੂੰ ਕਿਤੇ ਮਹਿਸੂਸ ਹੁੰਦਾ ਹੋਵੇ ਵੀ ਇਹ ਮੇਰੇ 'ਚ ਡਰਾਬੈਕ ਹੈ ਵੀ ਜੇ ਮੇਲ ਇਹਦੀ ਥਾਂ ਤੇ ਹੁੰਦਾ ਤੇ ਉਹ ਵਧੀਆ ਕੰਮ ਕਰ ਸਕਦਾ ਸੀ? ਨਹੀਂ ਬਿਲਕੁਲ ਨਹੀਂ ਭਾਜੀ। ਦੇਖੋ ਲੇਡੀਜ਼ ਮੈਂ ਕਹਿੰਦੀ ਹਾਂ ਕੋਈ ਵੀ ਕੰਮ ਕਰ ਸਕਦੀ ਹੈ। ਅਗਰ ਤੁਸੀਂ ਘਰ ਸਾਂਭ ਸਕਦੇ ਹੋ ਆਪਣੇ ਤਾਂ ਤੁਸੀਂ ਬਾਹਰ ਵੀ ਕੰਮ ਕਰ ਸਕਦੇ ਹੋ। ਤਾਂ ਤੁਸੀਂ ਉਹ ਕਿਸਮਤ ਲਾ ਲਓ ਕਿ ਐਜ਼ ਏ ਕਮਿਸ਼ਨਰ ਵੀ ਸਾਡੀ ਲੇਡੀ ਨੇ ਅਨੰਦਿਤਾ ਮਿੱਤਰਾ, ਬਹੁਤ ਵਧੀਆ ਨੇ ਮੈਡਮ, ਤੇ ਐਮਪੀ ਵੀ ਸਾਡੇ ਕਿਰਨ ਖੇਰ ਮੈਮ ਨੇ, ਹਨਾ। ਤੇ ਮੈਨੂੰ ਠੀਕ ਹੈ, ਮੈਂ ਮੰਨਦੀ ਹਾਂ ਸ਼ੁਰੂਆਤ ਤੇ ਤੁਹਾਨੂੰ ਮਤਲਬ ਮੁਸ਼ਕਿਲਾਂ ਹੁੰਦੀਆਂ ਨੇ, ਅਸੀਂ ਕਿਸੇ ਵੀ ਚੀਜ਼ ਫੀਲਡ 'ਚ ਜਾਂਦੇ ਹਾਂ ਮੁਸ਼ਕਿਲਾਂ ਹੁੰਦੀਆਂ ਨੇ, ਪਰ ਅਗਰ ਤੁਹਾਡਾ ਮਨ ਨੀਅਤ ਸਾਫ਼ ਹੈ, ਤੁਸੀਂ ਸਾਰਿਆਂ ਨਾਲ ਅੱਛੇ ਹੋ, ਤੇ ਜਿਵੇਂ ਮੈਂ ਦੱਸਿਆ ਕਮਿਸ਼ਨਰ ਮੈਮ ਸਾਡੇ ਅਨੰਦਿਤਾ ਮਿੱਤਰਾ ਨੇ ਐਜ਼ ਏ, ਉਹ ਇੰਨੇ ਚੰਗੇ ਨੇ, ਮੈਨੂੰ ਐਜ਼ ਏ ਸਿਸਟਰ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਹੈ ਕਿ ਨਹੀਂ ਅਸੀਂ ਡਿਵੈਲਪਮੈਂਟ ਲਈ ਕੰਮ ਕਰਨਾ ਹੈ। ਸਰਬਜੀਤ ਕਦੇ ਵੀ ਮੇਰੀ ਲੋੜ ਹੈ, ਔਰ ਐਮਪੀ ਸਾਡੇ ਕਿਰਨ ਖੇਰ ਮੈਮ ਨੇ, ਉਹਨਾਂ ਨੇ ਵੀ ਭਾਵੇਂ ਉਹ ਬੰਬੇ ਸੀਗੇ, ਉਹ ਕਾਲ ਵੀ ਕਰਦੇ ਰਹਿੰਦੇ ਸੀ ਕਿ ਕਦੇ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਲੋੜ ਹੋਵੇ ਮੈਨੂੰ ਦੱਸੋ। ਤੇ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਵੇਂ ਦੀ ਕੋਈ ਦਿੱਕਤ ਆਈ ਹੈ, ਕਿਸੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਨਹੀਂ ਮਤਲਬ ਇੱਕ ਆਮ ਹੈ ਵੀ ਕਿਉਂਕਿ ਕੰਮ ਤੇ ਅਫਸਰਸ਼ਾਹੀ ਨੇ ਕਰਨਾ, ਭਾਵੇਂ ਪੰਜਾਬ ਦਾ ਮੁੱਖ ਮੰਤਰੀ, ਈਵਨ ਕੈਪਟਨ ਅਮਰਿੰਦਰ ਸਿੰਘ ਬਹੁਤ
ਸੋਲਿਡ ਸਿਆਸਤਦਾਨ ਸਨ, ਪਰ ਉਹਨਾਂ ਦੇ ਦੋਸ਼ ਇਹੀ ਲੱਗਦਾ ਸੀ ਵੀ ਅਫਸਰਸ਼ਾਹੀ ਉਹਨਾਂ ਨੂੰ ਚਲਾਉਂਦੀ ਹੈ। ਇਹ ਇੱਥੇ ਜਿਹੜੀ ਅਫਸਰਸ਼ਾਹੀ ਹੈ, ਕਿਉਂਕਿ ਤੁਸੀਂ ਨਵੇਂ ਜੇ, ਅਧਿਕਾਰ ਵੀ ਬਹੁਤ ਘੱਟ ਹੈ ਮੇਅਰ ਕੋਲ, ਜੋ ਕਮਿਸ਼ਨਰ ਕੋਲ ਆ ਜਾਂ ਹੋਰ ਅਫਸਰਸ਼ਾਹੀ ਕੋਲ ਆ ਜਾਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਹੈ, ਤੇ ਇਹ ਨਹੀਂ ਕਿਤੇ ਫੀਲ ਹੁੰਦਾ ਵੀ ਅਫਸਰਸ਼ਾਹੀ ਦਾ ਤੁਹਾਡਾ ਕਹਿਣਾ ਜਾਂ ਤੁਸੀਂ ਜੋ ਆਰਡਰ ਲਿਖਤੀ ਜ਼ਬਾਨੀ ਕਰਦੇ ਜੇ ਉਹਨੂੰ ਬੌਦਰ ਨਾ ਕਰਦੇ ਹੋਣ? ਨਹੀਂ, ਐਵੇਂ ਤਾਂ ਨਹੀਂ ਹੈਗਾ। ਮਤਲਬ ਹਾਂ, ਕੁਝ ਚੀਜ਼ਾਂ ਨੇ ਅਸੀਂ ਜੋ ਡਿਵੈਲਪਮੈਂਟ ਲਈ ਸ਼ਾਇਦ ਹਾਊਸ ਪਾਸ ਕਰਦਾ ਹੈ, ਉਹ ਅੱਗੇ ਐਡਮਿਨ ਕੋਲ ਇੰਪਲੀਮੈਂਟ ਨਹੀਂ ਹੁੰਦੀਆਂ ਹੈਗੀਆਂ। ਪਰ ਬੋਲਣਾ ਚਾਹੁੰਦੇ ਕੁਝ ਤੇ ਕਿਉਂਕਿ ਪਿੱਛੇ ਹਾਊਸ 'ਚ ਇਹ ਗੱਲ ਆਈ ਵੀ ਸੀ, ਬੀਜੇਪੀ ਦੇ ਖਾਸ ਕਰਕੇ ਤੁਹਾਡੇ ਜਿਹੜੇ ਕਾਉਂਸਲਰ ਸੀ, ਹੁਕਮਰਾਨ ਪਾਰਟੀ ਜੇ ਤੁਸੀਂ, ਉਹਦੇ 'ਚ ਬੜੈਲ ਵਾਲੇ ਕਮਲਜੀਤ ਕੀ ਉਹਨਾਂ ਦਾ ਨਾਂ ਆ, ਹੋਰ ਕਾਉਂਸਲਰ ਜਿਹੜੇ ਸੀ, ਈਵਨ ਆਪ ਵਾਲੇ ਵੀ ਨਾਲ ਇਸ ਗੱਲ ਤੇ, ਕਾਂਗਰਸ ਵਾਲੇ ਵੀ ਕਹਿੰਦੇ ਸੀ ਵੀ ਅਫਸਰਸ਼ਾਹੀ ਭਾਰੂ ਹੈ ਜਾਂ ਜਿਹੜੀ ਪ੍ਰਸ਼ਾਸਨ ਹੈ, ਸਾਰੇ ਅਖਤਿਆਰ ਸਾਰੇ ਅਧਿਕਾਰ ਉਹਦੇ ਕੋਲ ਹੈ, ਸਾਡੇ ਕੋਲ ਤਾਂ ਅਧਿਕਾਰ ਹੀ ਕੋਈ ਨਹੀਂ। ਨਹੀਂ, ਜਿਵੇਂ ਹਾਊਸ ਚ ਲਾ ਲਓ, ਮੋਸਟਲੀ ਜਿਵੇਂ ਡਿਸਪੈਂਸਰੀ ਸਰ ਕਈ ਚੀਜ਼ਾਂ ਨੇ ਜੋ, ਕਿਉਂਕਿ ਦੇਖੋ ਆਮ ਪਬਲਿਕ ਹੁੰਦੀ ਹੈ, ਉਹ ਜੋ ਥੋੜਾ ਜਿੱਤਿਆ ਹੋਇਆ ਉੱਥੇ ਨੁਮਾਇੰਦਾ ਹੁੰਦਾ ਹੈ, ਕਾਉਂਸਲਰ ਮੇਅਰ ਤੱਕ ਉਹਦੀ ਪਹੁੰਚ ਹੁੰਦੀ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਸੜਕ ਜਾਂ ਇਹ ਰੋਡ ਜਾਂ ਇਹ ਕੰਮ ਐਡਮਿਨ ਕੋਲ ਹੈ, ਉਹ ਸਿਰਫ ਤੁਹਾਡੇ ਕੋਲ ਹੀ ਆਉਂਦੇ ਨੇ। ਤੇ ਉਹਨਾਂ ਨੂੰ ਹਾਂ ਹੁੰਦਾ ਵੀ ਐਕਸਪਲੇਨ ਕਿ ਅਸੀਂ ਸ਼ਾਇਦ ਉਹਦੇ 'ਚ ਨਹੀਂ ਹਲੇ ਕਰ ਸਕਦੇ ਕਿ ਉਹ ਐਡਮਿਨ ਦੇ ਅੰਡਰ ਹੈ, ਤੇ ਕਿਤੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਤੁਸੀਂ ਤਾਂ, ਉਹਨਾਂ ਨੂੰ ਇਹ ਲੱਗਦਾ ਤੁਸੀਂ ਚੰਡੀਗੜ੍ਹ ਦੇ ਮੇਅਰ ਹੋ, ਤੁਸੀਂ ਤੁਹਾਡੇ ਹੱਥ 'ਚ ਹੈ। ਪਰ ਮੇਰੇ ਜਿਵੇਂ ਨਹੀਂ ਉਹਨਾਂ ਨੂੰ ਨੌਲੇਜ ਹੈਗੀ ਕਿ ਕਾਫੀ ਚੀਜ਼ਾਂ ਹੈ ਜੋ ਐਡਮਿਨ ਦੇ ਅੰਡਰ ਹੈ, ਕਾਰਪੋਰੇਸ਼ਨ ਦੇ ਅੰਡਰ ਨਹੀਂ ਹੈਗੀਆਂ। ਸ਼ਾਇਦ ਉੱਥੇ ਉਹਨਾਂ ਨੂੰ ਲੱਗਦਾ ਹੋਏਗਾ ਕਿ ਓਕੇ ਵੀ ਐਡਮਿਨ ਦੇ ਆਫੀਸਰਸ ਨੇ। ਤੇ ਬਤੌਰ ਮੇਅਰ ਤੁਸੀਂ ਇਹ ਮੁੱਦਾ ਕਦੀ ਚੰਡੀਗੜ੍ਹ ਦੇ ਪ੍ਰਸ਼ਾਸਕ ਜਿਹੜੇ ਰਾਜਪਾਲ ਨੇ ਪੰਜਾਬ ਦੇ, ਉਹਨਾਂ ਕੋਲ ਉਠਾਇਆ? ਮੈਂ ਕਹੂੰਗੀ ਇਹਨਾਂ ਦਾ ਆਨਸਰ ਇਹ ਜ਼ਿਆਦਾ ਵਧੀਆ ਦੇਣਗੇ। ਪਿੱਛੇ ਸਾਡੇ ਮਾਨਯ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆਏ ਸੀਗੇ ਜੀ, ਤੇ ਉਹਨਾਂ ਦੇ ਕੋਲ ਵੀ ਇਹ ਮੁੱਦਾ ਉੱਠਿਆ ਹੈ, ਤੇ ਜਿੱਦਾਂ ਉਹਨਾਂ ਨੇ, ਮੇਰਾ ਖਿਆਲ ਮੈਨੂੰ ਲੱਗਦਾ ਹੈ ਕਿ ਦਿੱਲੀ ਉਹਨਾਂ ਕੋਲ ਉਠਾਇਆ ਤੁਸੀਂ ਮੁੱਦਾ? ਬਿਲਕੁਲ ਬੀਜੇਪੀ ਵੱਲੋਂ ਪਾਰਟੀ ਨੇ ਉਠਾਇਆ ਅੱਛਾ। ਕਿ ਇੱਥੇ ਜੋ ਹੈ ਕਿ ਇੱਕ ਤਾਂ ਮੇਅਰ ਦਾ ਟਰਮ ਜੋ ਹੈ 1 ਸਾਲ ਹੈ, ਜਦ ਕਿ ਸਾਡੇ ਤੇ ਪੰਜਾਬ ਐਕਟ ਲਾਗੂ ਹੈ, ਉੱਥੇ 5 ਸਾਲ ਹੈ ਜੀ। ਤੇ ਇਹੀ ਸ਼ਾਇਦ ਦਿੱਲੀ 'ਚ ਵੀ ਸਾਲ ਬਾਅਦ ਹੀ ਬਦਲਦੇ ਸੀਗੇ ਸਰ, ਤੇ ਉਹਨਾਂ ਨੇ ਹੁਣ ਉੱਥੇ ਚੇਂਜ ਕਰਤਾ ਸਾਰਾ ਸਿਨੈਰੀਓ ਜੀ, ਕਿਉਂਕਿ ਉੱਥੇ ਵੀ ਉਹ ਸ਼ਾਇਦ ਸਾਰਾ ਹੀ ਦੁਬਾਰਾ ਤੋਂ ਹੀ ਐਕਟ 'ਚ ਪ੍ਰੋਵੀਜ਼ਨ ਕਰਕੇ ਸ਼ਾਇਦ 2.5 ਸਾਲ ਜਾਂ 5 ਸਾਲ ਕਰਨ ਜਾ ਰਹੇ ਨੇ। ਤੇ ਮੈਨੂੰ ਤਾਂ ਲੱਗਦਾ ਹੈ ਕਿ ਅਗਰ ਸਾਡੇ ਕਿਤੇ ਅਮਿਤ ਸ਼ਾਹ ਜੀ ਨੇ ਜੋ ਉਹਨਾਂ ਨੂੰ ਉਸ ਦਿਨ ਲੱਗਿਆ, ਅਗਰ ਉਸ ਤੇ ਉਹਨਾਂ ਨੇ ਗੌਰ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਜਾਣ ਲੱਗੇ ਕਿ ਮੈਂ ਵੱਡਾ ਫੈਸਲਾ ਚੰਡੀਗੜ੍ਹ ਲਈ ਛੇਤੀ ਹੀ ਲਵਾਂਗਾ, ਇਹ ਗੱਲ ਕਹੀ ਉਹਨਾਂ, ਮੈਸੇਜ ਦਿੱਤਾ ਹੈ। ਮੈਸੇਜ ਦਿੱਤਾ ਉਹਦਾ ਮਤਲਬ ਇਹ ਹੈ ਵੀ ਕਾਰਪੋਰੇਸ਼ਨ ਨੂੰ ਵੱਧ ਅਧਿਕਾਰ ਮਿਲ ਵੱਧ ਸਕਦੇ, ਅਧਿਕਾਰ ਮਿਲਣੇ ਚਾਹੀਦੇ, ਕਿਉਂਕਿ ਕਾਰਪੋਰੇਸ਼ਨ ਇੱਕ ਐਸੀ ਚੀਜ਼ ਹੈ ਜੋ ਜਨਤਾ ਨਾਲ ਸਿੱਧੇ ਜੁੜੇ ਹੋਏ ਨੁਮਾਇੰਦੇ, ਜਨਤਾ ਦੀਆਂ ਗੱਲਾਂ, ਜਨਤਾ ਦੀਆਂ ਮੁਸ਼ਕਲਾਂ ਉਹਨਾਂ ਕੋਲ ਆਉਂਦੀਆਂ, ਤੇ ਉਹਨਾਂ ਨੇ ਅਫਸਰ ਆਪਣੇ ਜੋ ਚਾਹੇ ਕਾਰਪੋਰੇਸ਼ਨ ਦੇ ਆ ਚਾਹੇ ਐਡਮਿਨਿਸਟ੍ਰੇਸ਼ਨ ਦੇ ਆ, ਉਹਨਾਂ ਕੋਲ ਪਹੁੰਚਾਉਣੀਆਂ ਹੁੰਦੀਆਂ। ਲੇਕਿਨ ਅਸੀਂ ਅਫਸਰ ਵੀ ਬੜੇ ਚੰਗੇ ਵੀ ਹੈ ਜਿਹੜੇ ਮਤਲਬ ਮੁਸ਼ਕਲਾਂ ਸਮਝਦੇ ਨੇ, ਜਾਂ ਪਿੱਛੇ ਬੈਕਗ੍ਰਾਉਂਡ ਜਿਨ੍ਹਾਂ ਦਾ ਪਿੰਡਾਂ ਚੋਂ ਆਇਆ, ਬਹੁਤ ਲੋਕ ਨੇ ਤੇ ਉਹ ਮੁਸ਼ਕਲਾਂ ਸਮਝਦੇ ਤੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ। ਤੇ ਕੁਝ ਅਫਸਰ ਇਦਾਂ ਦੇ ਵੀ ਹੁੰਦੇ ਨੇ ਕਿ ਬੰਦ ਕਮਰੇ 'ਚ ਬੈਠ ਕੇ ਫੈਸਲਾ ਲੈ ਲੈਣਾ, ਜਨਤਾ ਜਾ ਕੇ ਨਹੀਂ ਦੇਖਣਾ। ਲੇਕਿਨ ਸਾਡੇ ਇਸ ਟਾਈਮ ਦੇ ਮਾਨਯ ਮਹਾਮੀਰ ਬਨਵਾਰੀ ਲਾਲ ਪੁਰੋਹਿਤ ਜੀ ਇੰਨੇ ਚੰਗੇ ਹੈ ਕਿ ਉਹ ਹਰੇਕ ਗੱਲ ਤੇ ਡਿਸਕਸ ਕਰਦੇ ਨੇ, ਹਰੇਕ ਗੱਲ ਤੇ ਆਪਣਾ ਸੁਝਾਅ ਲੈਂਦੇ ਵੀ ਹੈ, ਤੇ ਆਪਣਾ ਸੁਝਾਅ ਬੜੇ ਹੋਣ ਦੇ ਨਾਤੇ ਸਾਨੂੰ ਵੀ ਦਿੰਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ 'ਚ ਇਸ ਟਾਈਮ ਅਫਸਰ ਲੋਬੀ ਬੜੀ ਅੱਛੀ ਹੈ, ਜੋ ਤਾਲਮੇਲ ਬਣਾ ਕੇ ਸਾਡੇ ਨਾਲ ਕਾਰਪੋਰੇਸ਼ਨ ਨਾਲ ਚੱਲ ਰਹੀ ਹੈ। ਤੇ ਸ਼ਹਿਰ ਦੇ ਡਿਵੈਲਪਮੈਂਟ ਲਈ ਜਿੱਦਾਂ ਤੁਸੀਂ ਦੇਖਿਆ ਹੋਏਗਾ, ਸਵੱਛਤਾ 'ਚ ਅਸੀਂ 96 ਨੰਬਰ 'ਚ ਆ ਗਏ ਸੀਗੇ, ਤੇ ਸਾਡੀ ਕਮਿਸ਼ਨਰ ਮੈਡਮ, ਸਾਡੇ ਐਡਵਾਈਜ਼ਰ, ਸਾਡੇ ਗਵਰਨਰ ਸਾਹਿਬ ਤੇ ਸਾਡੀ ਮੇਅਰ ਚੰਡੀਗੜ੍ਹ ਦੀ, ਇਹਨਾਂ ਨੇ ਪਹਿਲੇ ਦਿਨ ਤੋਂ ਹੀ ਠਾਣਿਆ ਕਿ ਅਸੀਂ ਚੰਡੀਗੜ੍ਹ ਨੂੰ ਦੁਬਾਰਾ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ। ਉਸ ਕੋਸ਼ਿਸ਼ 'ਚ ਤੁਹਾਨੂੰ ਹੁਣ ਮਹਿਸੂਸ ਹੁੰਦਾ ਹੋਵੇਗਾ ਜਦੋਂ ਤੁਸੀਂ ਚੰਡੀਗੜ੍ਹ ਜਾਓਗੇ ਕਿ ਸਵੱਛਤਾ 'ਚ ਵਾਕਈ ਰੈਂਕਿੰਗ ਸੁਧਰੇਗੀ, ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਟਾਈਮ ਤੋਂ ਅਸੀਂ 66 ਨੰਬਰ ਤੋਂ ਉੱਠ ਕੇ ਪਹਿਲੇ 5 ਜਾਂ 7 ਨੰਬਰਾਂ 'ਚ ਆਵਾਂਗੇ। ਪਰ ਮੈਡਮ ਇੱਕ ਗੱਲ ਤਾਂ ਹੈਗੀ ਹੈ ਨਾ ਵੀ ਕੋਈ ਟੈਕਸ ਲਾਉਣਾ, ਜਿਵੇਂ ਬਿਜਲੀ ਦੇ ਰੇਟ ਵਧਾਉਣ ਵਾਲੀ ਗੱਲ ਹੈ, ਇਸੇ ਤਰ੍ਹਾਂ ਕਿਸੇ ਤਰ੍ਹਾਂ ਦੇ ਟੈਕਸ ਲਾਉਣ ਵਾਲੀ ਗੱਲ ਹੈ, ਜਿਵੇਂ ਡਿਊਟੀ ਦੇ ਪਿੰਡਾਂ 'ਚ ਕਮਰਸ਼ੀਅਲ ਟੈਕਸ ਲਾਉਣ ਦੀ ਗੱਲ, ਇਹ ਸਾਰੇ ਅਖਤਿਆਰ ਤੇ ਹੈਗੇ ਨੇ ਪ੍ਰਸ਼ਾਸਨ ਕੋਲ। ਪ੍ਰਸ਼ਾਸਨ ਫਿਰ ਤੁਹਾਨੂੰ ਏਜੰਡਾ ਭੇਜਦਾ ਵੀ ਇਹ ਅਪਰੂਵ ਕਰਾਓ। ਹੁੰਦਾ ਕੀ ਹੈ ਵੀ ਜਿਹੜੇ ਲੋਕ ਨੁਮਾਇੰਦੇ ਨੇ, ਤੁਸੀਂ ਲੋਕਾਂ ਦੇ ਚੁਣੇ ਨੁਮਾਇੰਦੇ, ਜੇ ਭਾਵੇਂ ਮੇਅਰ ਹੈ, ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਜਾਂ ਕਾਉਂਸਲ ਜਿਹੜੇ ਨੇ, ਇਹਦਾ ਅਰਥ ਤਾਂ ਇਹ ਹੋ ਗਿਆ ਵੀ ਅਫਸਰਸ਼ਾਹੀ ਭਾਰੂ ਹੈ। ਜਿਹੜੇ ਚੁਣੇ ਨੁਮਾਇੰਦੇ ਨੇ ਉਹਨਾਂ ਨੂੰ ਤਾਂ ਇੱਦਾਂ ਦੇ ਅਖਤਿਆਰ ਹੀ ਕੋਈ ਨਹੀਂ ਹੈ।
ਜਿਵੇਂ ਮੈਂ ਦੱਸਿਆ ਕੁਝ ਮਤਲਬ ਹੱਕ ਨੇ ਜੋ ਸਾਡੇ ਕੋਲ ਨਹੀਂ ਹੈਗੇ ਤੇ ਆਮ ਪਬਲਿਕ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਸਾਡੇ ਤੱਕ ਹੀ ਪਹੁੰਚ ਹੈ। ਉਹਨਾਂ ਨੂੰ ਇਹੀ ਹੁੰਦਾ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਮੇਅਰ ਹੈ, ਹਾਂ ਇਹੀ ਸਭ ਕੁਝ ਹੈ, ਪਰ ਉਹਨਾਂ ਨੂੰ ਨਹੀਂ ਪਤਾ ਕਿ ਕੁਝ ਕੰਮ ਨੇ ਜੋ ਜ਼ਿਆਦਾ ਐਡਮਿਨ ਦੇ ਕੋਲ ਨੇ। ਤੇ ਹਾਂ ਮੈਂ ਇਹ ਜ਼ਰੂਰ ਚਾਹੂੰਗੀ ਜੋ ਇਵੇਂ ਦੇ ਟੈਕਸ ਜਾਂ ਕੁਝ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ, ਤਾਂ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਆ, ਉੱਥੋਂ ਚੁਣੇ ਹੋਏ ਨੁਮਾਇੰਦਿਆਂ ਨੇ, ਉਹਨਾਂ ਦੀ ਪ੍ਰੋਬਲਮਸ ਪਤਾ ਨੇ ਕਿ ਕਾਰਪੋਰੇਸ਼ਨ ਕੋਲ ਬਹੁਤ ਚੀਜ਼ਾਂ ਘੱਟ ਨੇ ਕਿ ਉਹਨਾਂ ਨੂੰ ਵੱਧ ਡਿਪਾਰਟਮੈਂਟ ਦਿੱਤੇ ਜਾਣੇ ਚਾਹੀਦੇ ਤਾਂ ਕਿ ਉਹ ਹੋਰ ਵਧੀਆ ਡਿਪਾਰਟਮੈਂਟ ਕਾਫੀ ਹੈ ਜਿਹੜੇ ਐਕਟ 'ਚ ਹੈਗੇ ਪਰ ਹਾਲੇ ਤੱਕ ਦਿੱਤੇ ਨਹੀਂ। ਬਿਲਕੁਲ। ਤੇ ਜਿਹੜੇ ਟਰਮ ਵਾਲੀ ਗੱਲ ਕੀਤੀ ਹੈ, ਕੋਈ ਤੁਸੀਂ ਰਿਕਮੈਂਡ ਕੀਤਾ ਪ੍ਰਸ਼ਾਸਨ ਨੂੰ ਜਾਂ ਭਾਰਤ ਸਰਕਾਰ ਨੂੰ ਵੀ ਵਧਾਈ ਜਾਵੇ? ਦੇਖੋ ਜਿਵੇਂ ਹਾਂ ਹੈਗਾ ਕਿ ਤੁਸੀਂ ਐਜ਼ ਅ ਮੇਅਰ ਆਨੇ ਹੋ ਸਿੱਧਾ, ਤੁਹਾਨੂੰ ਸਮਝਣ 'ਚ ਹੀ ਲੱਗ ਜਾਂਦਾ 5-6 ਮਹੀਨੇ ਕਿੱਥੇ ਕੀ ਹੈ, ਕੀ ਆਫਿਸਰਸ ਨਾਲ ਕੀ ਹੈ ਨੇ। ਜਦ ਤੁਹਾਨੂੰ ਸਮਝ ਆਉਂਦਾ ਤੁਸੀਂ ਕੁਰਸੀ ਤੋਂ ਉਤਰ ਜਾਂਦੇ ਹੋ, ਫਿਰ ਅਗਲੀ ਇਲੈਕਸ਼ਨ ਆ ਜਾਂਦੀ ਹੈ। ਬਿਲਕੁਲ। ਤੁਹਾਨੂੰ 1 ਸਾਲ ਘੱਟ ਲੱਗਦਾ? ਮੈਨੂੰ ਤਾਂ ਭਾਜੀ 1 ਸਾਲ ਬਹੁਤ ਹੈ। ਮੈਂ ਇਹੀ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਟਰਮ ਵਧਾਉਣ ਦੇ ਹੱਕ 'ਚ ਜੇ ਕਿ ਨਹੀਂ? ਅੱਛਾ ਜੱਗਾ ਜੀ, ਤੁਸੀਂ ਇਹ ਦੱਸੋ, ਇਹ ਸੁਪਨਾ ਤੇ ਤੁਹਾਡਾ ਪੂਰਾ ਹੋ ਗਿਆ, ਮੈਡਮ ਮੇਅਰ ਬਣ ਗਏ, ਤੇ ਹੁਣ ਕਿਤੇ MP ਬਣਨ ਦੀ ਵੀ ਇੱਛਾ ਹੈ? ਨਹੀਂ ਜੀ, ਦੇਖੋ ਮੇਅਰ ਦੇ ਟਰਮ 'ਚ ਹੀ ਅਸੀਂ ਕਹੀ ਆਪਣੇ ਸ਼ਹਿਰ ਲਈ ਇੱਕ ਬਿਹਤਰ ਇੱਕ ਮਿਸਾਲ ਪੈਦਾ ਕਰੀਏ ਕਿ ਸਾਡੇ ਪਿੰਡਾਂ 'ਚੋਂ ਕੋਈ ਉੱਠਿਆ ਤੇ ਆਇਆ ਤੇ ਇੱਕ ਲੇਡੀਜ਼ ਹੋਣ ਦੇ ਨਾਤੇ ਉਹਨਾਂ ਨੇ ਵਧੀਆ ਕੰਮ ਕੀਤਾ। ਤੇ ਜਿਹੜੀ ਮੈਂ ਤਾਂ ਇਹਨਾਂ ਨੇ ਆਪਣੇ ਮੂੰਹ ਤੋਂ ਹੀ ਬੋਲਦਾ ਕਿ ਮੈਂ ਤਾਂ ਕਈ ਵਾਰ ਨਾ ਹੱਸਦਾ ਹੁੰਨਾ ਕਿ ਜੇ ਕਿਸੇ ਕੰਮ ਨੂੰ ਮਨਾ ਕਰ ਦਿੰਦੀ ਹੈ ਤਾਂ ਮੈਂ ਵੈਸੇ ਕਹਿੰਦਾ ਕਿ ਮੈਂ ਅਮਿਤ ਸ਼ਾਹ ਜੀ ਨੂੰ ਲੈਟਰ ਪਾ ਦੇਣਾ ਕਿ 5 ਸਾਲ ਦੀ ਮਿਹਨਤ ਕਰਨੀ ਨਹੀਂ ਕਰਨਾ ਪੈਣਾ। ਕਮਾਲ ਹੈ, ਸਜ਼ਾ 5 ਸਾਲ ਦੀ ਕਰਾ ਦੇਣੀ ਹੈ। ਲੇਕਿਨ ਇਹ ਹਮੇਸ਼ਾ ਕਹਿੰਦੇ ਆ ਕਿ ਨਹੀਂ, ਅਸੀਂ ਜੇ ਜਿਹਨੇ ਕਰਨਾ ਉਹ ਸਾਲ 'ਚ ਵੀ ਬਿਹਤਰ ਕਰ ਸਕਦਾ ਹੈ ਤੇ ਜਿਹਨੇ ਨਹੀਂ ਕਰਨਾ ਉਹ 5 ਸਾਲ 'ਚ ਵੀ ਕੁਝ ਨਹੀਂ ਕਰ ਸਕਦਾ। ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਸ਼ਹਿਰ ਲਈ ਬਿਹਤਰ ਕਰੀਏ। ਜੋ ਤੁਸੀਂ ਕਿਹਾ ਕਿ MP ਲੜਨਾ ਜਾਂ ਕੁਝ ਲੜਨਾ, ਇਹ ਪ੍ਰਮਾਤਮਾ ਦੇ ਹੱਥ ਦੀਆਂ ਗੱਲਾਂ ਹੈ। ਕੀ ਨਾ ਲੜਨਾ, ਸਾਡਾ ਇੱਕ ਹੀ ਫਰਜ਼ ਹੈ ਕਿ ਜਿਹਨੂੰ ਵੀ ਪਾਰਟੀ ਟਿਕਟ ਦੇ ਕੇ ਸੈਂਟਰ ਤੋਂ ਭੇਜੇ ਉਹਦੇ ਲਈ ਕੰਮ ਕਰੀਏ ਤੇ ਆਪਣੀ ਪਾਰਟੀ ਦਾ ਨੁਮਾਇੰਦਾ ਇੱਥੋਂ ਜਿਤਾ ਕੇ ਭੇਜੀਏ। ਮੈਡਮ ਇੱਕ ਸਵਾਲ ਤੋਂ ਇਲਾਵਾ ਇੱਕ ਰਾਏ ਵੀ ਹੈ, ਜਦੋਂ ਪੰਜਾਬ ਵਿਧਾਨ ਸਭਾ 'ਚ ਬਤੌਰ ਜਰਨਲਿਸਟ ਮੈਂ ਬੈਠਾ ਨਾ ਪ੍ਰੈਸ ਗੈਲਰੀ 'ਚ, ਕਈ MLA ਦੇਖੇ ਮੈਂ, ਕਈ ਮੰਤਰੀ ਦੇਖੇ ਪਿਛਲੇ 20 ਸਾਲਾਂ 'ਚੋਂ, ਔਰ ਕਈਆਂ ਨੂੰ ਇਹ ਸੋਚ ਕੇ ਵੀ ਇਹ ਪੰਜਾਬ ਦਾ ਵਿਧਾਇਕ ਰਿਹਾ ਹੈ, ਇਹ ਪੰਜਾਬ ਦਾ ਮੰਤਰੀ ਹੈ, ਚਲੋ ਮੁੱਖ ਮੰਤਰੀ ਤੇ ਛੱਡਦੀ ਹੈ, ਆਪਾਂ ਸ਼ਰਮ ਮਹਿਸੂਸ ਹੁੰਦੀ ਹੈ ਵੀ ਯਾਰ ਲੱਖਾਂ ਲੋਕਾਂ ਨੇ ਜਿਤਾ ਕੇ ਪੰਜਾਬ ਵਿਧਾਨ ਸਭਾ 'ਚ ਭੇਜਿਆ ਤੇ ਇਹਨੇ ਆਪਣਾ ਮੂੰਹ ਵੀ ਸੁੱਚਾ ਨਹੀਂ ਕੀਤਾ, ਕੋਈ ਕੁਐਸਚਨ ਲਾਇਆ ਨਹੀਂ। ਜੇ ਕੁਐਸਚਨ ਲਾਈ ਹੈ ਤੇ ਇਹੀ ਹੈ ਵੀ ਮੇਰੇ ਪਿੰਡ ਦੇ ਸਕੂਲ ਦੀ ਕੰਧ ਬਣਾ ਦਿਓ, ਮੇਰੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਾ ਦਿਓ, ਪੰਜਾਬ ਦੇ ਇੰਨੇ ਮੁੱਦੇ ਨੇ ਉਹ ਕੀਤੇ ਨਹੀਂ। ਮੈਂ ਚੰਡੀਗੜ੍ਹ ਤੇ ਆਉਣਾ ਚਾਹੁੰਦਾ। ਮੇਅਰ ਇੱਕ ਇੰਨੀ ਵੱਡੀ ਕੁਰਸੀ ਹੈ, ਜੇ ਤੁਸੀਂ ਕਿਤੇ ਅੱਖਾਂ ਮੀਟ ਕੇ 10 ਮਿੰਟ ਸੋਚਿਓ, ਤੁਸੀਂ ਚੰਡੀਗੜ੍ਹ ਲਈ ਬਹੁਤ ਕੁਝ ਕਰ ਸਕਦੇ ਜੇ, ਭਾਵੇਂ ਤੁਹਾਡੇ ਕੋਲ ਅਖਤਿਆਰ ਨਹੀਂ ਹੈਗੇ। ਸੋ ਮੇਰੀ ਤੇ ਰਾਏ ਇਹ ਹੈ ਵੀ ਜਿੰਨਾ ਕੁ ਸਮਾਂ ਰਹਿੰਦਾ ਹੈ ਕੁਝ ਕਰਕੇ ਦਿਖਾਓ। ਅਸੀਂ ਕਹੀਏ ਵੀ ਸਾਡੀ ਭੈਣ ਸਰਬਜੀਤ ਕੌਰ ਮੇਅਰ ਸੀ ਤੇ ਉਹਨੇ ਇਹ ਕੀਤਾ। ਇੱਕ ਮੇਰੇ ਮਨ 'ਚ ਸਵਾਲ ਆ ਰਿਹਾ, ਚੰਡੀਗੜ੍ਹ ਦੇ ਜਿਹੜੇ ਉਜੜੇ 22 ਪਿੰਡ ਨੇ, ਉਜਾੜੇ ਤੇ ਹੋ ਗਏ ਖਤਮ, ਮੈਡਮ ਸਰਬਜੀਤ ਦੇ ਹੱਥ 'ਚ ਇੰਨਾ ਕੁਛ ਹੈ ਨਹੀਂ। ਉਹ ਇੱਕ ਰੋ ਪਿੱਟ ਕੇ ਇੱਕ ਮੰਗ ਕਰਦੇ ਆ ਵੀ ਕੁਛ ਨਾ ਦਿਓ ਸਾਨੂੰ। ਜਿਹੜੇ ਪਿੰਡ ਨੇ ਮਰਦੇ ਜਾ ਰਹੇ, ਮੈਂ ਇੱਕ ਕਿਤਾਬ ਲਿਖੀ ਹੈ, ਲੋਕ ਪੜ੍ਹਦੇ ਨੇ ਕਿਹੜੇ ਪਿੰਡ ਰਹਿੰਦੇ ਨੇ, ਉਹ ਕਹਿੰਦੇ ਵੀ ਘੱਟੋ ਘੱਟ ਜਿਹੜੇ ਪਿੰਡ ਵਿੱਚ ਕੋਈ ਚੌਂਕ ਹੈ, ਚੌਂਕ ਦੇ ਉੱਪਰ ਜਾਂ ਜਿਹੜੇ ਬੋਰਡ ਲੱਗੇ ਨੇ, ਸਾਈਨ ਬੋਰਡ ਸੈਕਟਰ 48 32 33, ਉੱਥੇ ਬ੍ਰੈਕਟ 'ਚ ਨਾਲ ਪਿੰਡ ਦਾ ਨਾਮ ਹੀ ਲਿਖ ਦਿਓ। ਕੋਈ ਇਹ ਮੁੱਦਾ ਤੁਸੀਂ ਉਠਾਓਗੇ ਖੁਦ ਗਵਰਨਰ ਨੂੰ ਮਿਲ ਕੇ ਵੀ ਘੱਟੋ ਘੱਟ ਇਹਦੇ 'ਚ ਕੀ ਭਾਰ ਪੈਂਦਾ ਪ੍ਰਸ਼ਾਸਨ ਨੂੰ? ਬਿਲਕੁਲ ਭਾਜੀ, ਜਿਵੇਂ ਤੁਸੀਂ ਦੱਸਿਆ ਅਗਰ ਹੈ ਤਾਂ ਮੈਂ ਜ਼ਰੂਰ ਕਰੂੰਗੀ। ਮੈਂ ਤਾਂ ਖੁਦ ਚਾਹੁੰਦੀ ਹਾਂ ਅਗਰ ਪਿੰਡ ਵਾਲਿਆਂ ਨੂੰ ਮੇਰੇ ਤੇ ਮਾਣ ਮਹਿਸੂਸ ਹੁੰਦਾ ਤਾਂ ਮੈਂ ਉਹਨਾਂ ਨੂੰ ਵੱਧ ਤੇ ਵੱਧ ਕਰਾਂ। ਠੀਕ ਹੈ ਜੀ, ਬਹੁਤ ਮਿਹਰਬਾਨੀ। ਸੋ ਤੁਸੀਂ ਸੁਣਿਆ, ਤੁਸੀਂ ਆਪ ਦੇਖਦੇ ਹੋਵੋਗੇ ਵੀ ਜਦੋਂ ਮੈਡਮ ਮੇਅਰ ਨਾਲ ਕੋਈ ਸਵਾਲ ਜਵਾਬ ਕਰਦੇ ਸੀ ਤੇ ਉਹਨਾਂ ਦਾ ਬੜਾ ਛੋਟਾ ਜਿਹਾ ਜਵਾਬ ਹੁੰਦਾ ਹੈ, ਜਿਹਦੇ ਤੋਂ ਬੜਾ ਸਾਫ਼ ਹੈ ਵੀ ਚੰਡੀਗੜ੍ਹ ਦੇ ਲੋਕਾਂ ਨੂੰ ਉਹ ਮੇਅਰ ਮਿਲੀ ਹੈ ਜਿਹਦੀ ਕੋਈ ਇੱਛਾ ਨਹੀਂ ਇਸ ਕੁਰਸੀ ਤੇ ਬੈਠਣ ਦੀ, ਔਰ ਜਿਹੜੀ ਸਿਆਸਤ ਪੱਖੋਂ ਵੀ ਬਹੁਤਾ ਕੋਈ ਸ਼ੌਂਕ ਨਹੀਂ ਰੱਖਦੀ। ਇਹ ਚੰਗੀ ਗੱਲ ਹੈ, ਕਿਉਂਕਿ ਜੇ ਕੋਈ ਐਦਾਂ ਦਾ ਮੇਅਰ ਆ ਜੇ, ਅਸੀਂ ਅਕਸਰ ਦੇਖਿਆ ਜਿਹੜਾ ਕੁਰਸੀ ਫੜ ਕੇ ਬਹਿ ਜਾਂਦਾ ਔਰ ਕਹਿੰਦਾ ਵੀ ਹੁਣ ਤੇ ਸਾਰੀ ਉਮਰ ਮੈਂ ਹੀ ਇਸ ਕੁਰਸੀ ਤੇ ਬੈਠਾ, ਪਰ ਇਹਦੇ ਬਾਵਜੂਦ ਅਸੀਂ ਮੁਬਾਰਕਾਂ ਦਿੰਦੇ ਹਾਂ ਸਰਬਜੀਤ ਕੌਰ ਜਿਹੜੇ ਮੇਅਰ ਨੇ, ਔਰ ਆਸ ਕਰਦੇ ਹਾਂ ਵੀ ਇਹ ਜੱਗਾ ਜੋੜੀ ਜਿਹੜੀ ਹੈ ਇਹ
ਚੰਡੀਗੜ੍ਹ 'ਚ, ਉਹ ਖਾਸ ਕਰਕੇ ਚੰਡੀਗੜ੍ਹ ਦੇ, ਕਿਉਂਕਿ ਉਜੜੇ ਪਿੰਡਾਂ ਦੇ ਵਸਨੀਕ ਨੇ, ਕੁਛ ਅਜਿਹਾ ਕਰਕੇ ਜਾਣ ਵੀ ਪੰਜਾਬੀ ਮਾਣ ਨਾ ਕਹਿਣ ਵੀ ਇੱਕ ਪੰਜਾਬਣ ਸਰਬਜੀਤ ਕੌਰ ਫਲਾਣੇ ਟਾਈਮ 'ਚ ਚੰਡੀਗੜ੍ਹ ਦੀ ਮੇਅਰ ਬਣੀ ਸੀ।